ਉਹਦੇ ਨਾਲ ਮਜ਼ਾ ਤੇ ਬਹੁਤ ਆਉਂਦਾ, ਗਵਰਨਰ ਸਾਹਿਬ ਨੇ ਵੀ ਆਉਂਦਾ, ਭਗਵੰਤ ਮਾਨ ਦੀ ਵੀ ਵੱਡੀ ਖਬਰ ਲੱਗਦੀ ਹੈ, ਲਓ ਜੀ ਅੱਜ ਗਵਰਨਰ ਨੂੰ ਆਹ ਕਹਿਤਾ, ਗਵਰਨਰ ਉੱਧਰੋਂ ਚਿੱਠੀ ਕੱਢ ਦਿੰਦੇ ਆ, ਉਹ ਮੀਡੀਆ 'ਚ ਵੀ ਚਲੇ ਜਾਂਦੇ ਆ। ਦੇਖੋ ਜੀ ਮੈਂ ਤੇ ਇੰਜ ਫਿਰ ਠੀਕ ਹੈ, ਜੋ ਮੇਰੇ ਕੋਲ ਵੀ ਬੜੀ ਮੋਟੀ ਫਾਈਲ ਹੋਈ ਜਾਂਦੀ ਆ, ਉਹ ਕਹਿੰਦੇ ਆ ਦੇਖੋ ਜੀ ਲਵ ਲੈਟਰਾਂ ਦਾ ਅਸੈਂਬਲੀ ਦੇ ਵਿੱਚ ਕਈ ਕਹਿ ਰਹੇ ਸੀਗੇ ਭਗਵੰਤ ਮਾਨ। ਇਹ ਕੁੱਲ ਮਿਲਾ ਕੇ ਹਾਲਾਤ ਪੰਜਾਬ ਦੇ ਲੋਕਾਂ ਦੇ ਹੱਕ ਵਿੱਚ ਨਹੀਂ ਹੈ। ਪੰਜਾਬ ਦੇ ਵਿੱਚ ਹੁਣ ਕਿਸੇ ਵੇਲੇ ਵੀ ਰਾਸ਼ਟਰਪਤੀ ਰਾਜ ਲਾਗੂ ਕਰਨ ਦਾ ਮਾਹੌਲ ਬਣ ਸਕਦਾ। ਤੇ ਬਹੁਤ ਨਾਪ ਤੋਲ ਕੇ ਸ਼ਬਦ ਕਹਿਣੇ ਚਾਹੀਦੇ ਆ, ਤੇ ਜਿਹੜੇ ਕੰਮ ਦੇ ਸ਼ਬਦ ਇਹ ਨਹੀਂ ਕਿ ਕੁਝ ਵੀ ਰੋਜ਼ ਬੋਲ ਦੋ ਮੂੰਹ ਹਾਂ ਵੀ ਅਸੀਂ ਆਹ ਕਰ ਦਿਆਂਗੇ। ਕਿਸਾਨਾਂ ਦੇ ਮੁਆਵਜ਼ੇ ਬਾਰੇ ਕਿੰਨੀਆਂ ਵੱਡੀਆਂ ਗੱਲਾਂ, ਮੱਝਾਂ ਦਾ ਅਸੀਂ ਦੇ ਦਿਆਂਗੇ, ਇੰਨੇ ਪੈਸੇ ਦੇ ਦਿਆਂਗੇ, ਮੁਰਗੀਆਂ ਦੇ ਦਾਂਗੇ, ਮੁਰਗੀਆਂ ਦੇ ਅੰਡਿਆਂ ਦੇ ਜਿਹੜੇ ਟੁੱਟ ਗਏ ਹੱਡ ਦੇ ਵਿੱਚ ਉਹਦੇ ਵੀ ਇੱਕ ਮੁਆਵਜ਼ਾ ਦੇ ਦਿਆਂਗੇ। ਇਹ ਗੱਲਾਂ ਐਵੇਂ ਕਰੀ ਜਾਣੀਆਂ ਕੋਈ ਫਾਇਦਾ ਨਹੀਂ ਹੁੰਦਾ। ਹਰ ਗੱਲ ਨੂੰ ਸੋਚ ਸਮਝ ਕੇ ਇਹ ਗੱਲ ਕਰੋ। ਮਸ਼ਹੂਰੀਆਂ ਦੇ ਨਾਲ ਢਿੱਡ ਨਹੀਂ ਲੋਕਾਂ ਦਾ ਭਰਨਾ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਦੀਪ, ਤੁਸੀਂ ਦੇਖ ਰਹੇ ਹੋ ਕਾਂਸ਼ੀ ਟੀਵੀ ਤੇ ਅੱਜ ਫੇਰ ਹਾਜ਼ਰ ਹਾਂ ਪ੍ਰੋਗਰਾਮ ਭਖ ਦੇ ਮਸਲੇ ਲੈ ਕੇ। ਸਾਡੇ ਨਾਲ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ ਜੀ। ਸਵਾਗਤ ਹੈ ਪ੍ਰੋਫੈਸਰ ਸਾਹਿਬ ਤੁਹਾਡਾ। ਬਹੁਤ ਧੰਨਵਾਦ ਗੁਰਦੀਪ ਜੀ। ਪ੍ਰੋਫੈਸਰ ਸਾਹਿਬ, ਆਪਾਂ ਅੱਜ ਇੱਕ ਖਬਰ ਸੁਣੀ ਹੈ ਤੇ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਗੱਲ ਛਾਈ ਹੋਈ ਹੈ ਕਿ ਗਵਰਨਰ ਸਾਹਿਬ ਨੇ ਜਿਹੜੇ ਸਾਡੇ ਪੰਜਾਬ ਦੇ, ਉਹਨਾਂ ਨੇ ਸਾਡੀ ਸੀਐਮ ਸਾਹਿਬ ਨੂੰ ਇੱਕ ਵਾਰਨਿੰਗ ਦਿੱਤੀ ਹੈ ਕਿ ਉਹਨਾਂ ਦੇ ਜੋ ਵੀ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਜਿਹੜੀ ਖਿੱਚੋਤਾਣ ਹੋ ਰਹੀ ਸੀ, ਕਦੇ ਗਵਰਨਰ ਉਹ ਕਹਿ ਰਹੇ ਸੀ ਗਵਰਨਰ ਦੇ ਲਵ ਲੈਟਰ ਨੇ, ਜਾਂ ਫਿਰ ਉਹਨੂੰ ਚਿੱਠੀਆਂ ਲਈ ਸੁਪਰੀਮ ਕੋਰਟ ਤੱਕ ਵੀ ਗੱਲ ਜਾ ਰਹੀ ਸੀ, ਤੇ ਗਵਰਨਰ ਸਾਹਿਬ ਨੇ ਕਿਹਾ ਕਿ ਮੇਰੇ ਜਿਹੜੇ ਸਵਾਲਾਂ ਦਾ ਜਵਾਬ ਦੇਵੋ। ਤੇ ਗੱਲ ਇਹ ਵੀ ਹੋ ਰਹੀ ਆ, ਕਈਆਂ ਨੇ ਤੇ ਇਹ ਵੀ ਲਿਖਿਆ ਕਿ ਗਵਰਨਰ ਨੇ ਇੱਥੋਂ ਤੱਕ ਵਾਰਨਿੰਗ ਦਿੱਤੀ ਹੈ ਜਿਹੜੀ ਕਿ ਲਿਖੀ ਨਹੀਂ ਹੋਈ, ਪਰ ਉਹ ਸੋਸ਼ਲ ਮੀਡੀਆ ਤੇ ਚੱਲ ਰਹੀ ਆ ਕਿ ਨਹੀਂ ਤਾਂ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਜਾਵੇਗਾ, ਜਾਂ ਫਿਰ ਦੂਜੇ ਪਾਸੇ ਗਵਰਨਰ ਨੇ ਆਪਣੇ ਸ਼ਬਦਾਂ 'ਚ ਤਾਂ ਇਹ ਕਿਹਾ ਕਿ ਸੰਵਿਧਾਨ ਦੇ ਮੁਤਾਬਕ ਮੈਂ ਕੋਈ ਐਕਸ਼ਨ ਲਵਾਂਗਾ। ਪ੍ਰੋਫੈਸਰ ਸਾਹਿਬ, ਉਹ ਸਾਰੀ ਗੱਲਬਾਤ ਦੇ ਪਿੱਛੇ ਕੀ ਸੀ? ਨਹੀਂ ਦੇਖੋ, ਗੱਲ ਦੇ ਬਾਅਦ ਦੇ ਤੁਸੀਂ ਬਹੁਤਾ ਹਿੱਸਾ ਉਹਦਾ ਕਹਿ ਹੀ ਦਿੱਤਾ। ਗੱਲ ਇੱਕ ਖਿੱਚੋਤਾਣ ਚੱਲੀ ਹੋਈ ਹੈ। ਅਸਲ 'ਚ ਦੋ ਪੈਰਲਲ ਸਰਕਾਰਾਂ ਚੱਲ ਰਹੀਆਂ, ਇੱਕ ਭਗਵੰਤ ਮਾਨ ਦੀ ਚੱਲ ਰਹੀ ਹੈ, ਇੱਕ ਗਵਰਨਰ ਦੀ ਚੱਲ ਰਹੀ ਹੈ। ਗਵਰਨਰ ਦੇ ਕੋਲ ਵਿਰੋਧੀ ਪਾਰਟੀਆਂ ਬਾਰ-ਬਾਰ ਆਪਣੀਆਂ ਰਿਪਰੈਜ਼ੈਂਟੇਸ਼ਨ ਲੈ ਕੇ ਜਾਂਦੀਆਂ ਕਿ ਸਾਡੀ ਭਗਵੰਤ ਮਾਨ ਸੁਣਦਾ ਨਹੀਂ, ਸ਼ਿਕਾਇਤਾਂ ਲੈ ਕੇ ਜਾਂਦੇ, ਜਿਵੇਂ ਭੈਣ ਜੀ ਕੋਲ ਜਾਂ ਮਾਸਟਰ ਜੀ ਹੈਡਮਾਸਟਰ ਕੋਲ ਸ਼ਿਕਾਇਤਾਂ ਲੈ ਕੇ ਬੱਚੇ ਜਾਂਦੇ ਆ। ਉਹਨੂੰ ਬੜਾ ਮਜ਼ਾ ਆਉਂਦਾ ਇਸ ਗੱਲ ਦਾ, ਗਵਰਨਰ ਸਾਹਿਬ ਨੂੰ ਐਂਟਰਟੇਨ ਕਰਨ ਦਾ, ਵਿਰੋਧੀ ਪਾਰਟੀਆਂ ਨੂੰ ਸੁਣਨ ਦਾ। ਉਹ ਅਕਾਲੀ ਦਲ ਨੂੰ ਵੀ ਸੁਣਦੇ ਆ, ਕਾਂਗਰਸ ਨੂੰ ਵੀ ਸੁਣਦੇ ਆ, ਹੋਰ ਵੀ ਜੇ ਕੋਈ ਜਾਏ ਤੁਸੀਂ ਵੀ ਜਾ ਸਕਦੇ, ਅਸੀਂ ਵੀ ਜਾ ਸਕਦੇ। ਉਹ ਖੁਸ਼ ਹੋਣਗੇ ਕਿ ਲਓ ਜੀ ਭਗਵੰਤ ਮਾਨ ਦੇ ਵਿਰੁੱਧ ਕੋਈ ਚਿੱਠੀ ਹੋਰ ਆ ਗਈ। ਉਹ ਆਪਣੀ ਫਾਈਲ 'ਚ ਲਾਈ ਜਾਂਦੇ ਆ ਤੇ ਮੋਟਾ ਕਰੀ ਜਾਂਦੇ ਆ ਕਿ ਇਹ ਪੰਜਾਬ ਦੀ ਹਾਲਾਤ ਹੈ। ਉਹ ਬਾਰ-ਬਾਰ ਚਿੱਠੀਆਂ ਲਿਖਦੇ ਆ ਜਿਹੜੀ ਕਿ ਉਹ ਲਿਖ ਸਕਦੇ ਆ ਸੰਵਿਧਾਨਕ ਤੌਰ 'ਤੇ। ਪਿੱਛੇ ਜੇ ਹਾਲਤ ਇਹ ਬਣ ਗਈ ਸੀਗੀ ਕਿ ਇਹ ਸੁਪਰੀਮ ਕੋਰਟ ਦੇ ਵਿੱਚ ਮਸਲਾ ਦੋਹਾਂ ਦੀ ਆਪਸ ਵਿੱਚ ਖਿੱਚੋਤਾਣ ਦਾ ਚੱਲੇਗਾ, ਤੇ ਸੁਪਰੀਮ ਕੋਰਟ ਨੇ ਦੋਹਾਂ ਨੂੰ ਕਿਹਾ ਕਿ ਤੁਸੀਂ ਬੰਦੇ ਬਣੋ, ਆਪੋ ਆਪਣੇ ਕੰਮ, ਆਪੋ ਆਪਣੇ ਜੋ ਸੰਵਿਧਾਨਕ ਡਿਊਟੀਆਂ ਜਾ ਕੇ ਕਰੋ। ਸੁਪਰੀਮ ਕੋਰਟ ਨੇ ਇੱਕ ਕਿਸਮ ਦਾ ਇਹ ਵੀ ਗੱਲ ਕਿਹਾ ਸੀ ਕਿ ਜਿੱਥੇ ਇੱਕ ਪਾਸੇ ਗਵਰਨਰ ਸਾਹਿਬ ਉਹ ਮੰਗ ਸਕਦੇ ਆਪਣੀ ਇਨਫੋਰਮੇਸ਼ਨ, ਉਸੇ ਨੂੰ ਕੋਟ ਕਰਕੇ ਦੁਬਾਰਾ ਚਿੱਠੀ ਸੁਪਰੀਮ ਕੋਰਟ ਦੀ ਜੱਜਮੈਂਟ ਦੇ ਵਿੱਚ ਜਿਹੜਾ ਲਿਖਿਆ, ਉਹ ਚਿੱਠੀ ਤੇ ਹੁਣ ਵਾਲੀ ਜਿਹੜੀ ਅੱਜ ਚਿੱਠੀ ਚੱਲੀ ਹੋਈ ਆ ਸੋਸ਼ਲ ਮੀਡੀਆ ਤੇ ਸਾਰਿਆਂ ਦੇ ਘੁੰਮ ਰਹੀ ਹੈ, ਚਿੱਠੀ ਹੈ ਤੇ ਥੋੜ੍ਹੀ ਪੁਰਾਣੀ ਪਰ ਫਿਰ ਵੀ ਉਹ ਹੁਣ ਘੁੰਮ ਰਹੀ ਹੈ, ਕਿ ਜਿਹਦੇ ਵਿੱਚ ਇਹ ਉਹਨਾਂ ਨੇ ਕਿਹਾ ਕਿ ਦੇਖੋ ਜੇ ਤਾਂ ਤੁਸੀਂ ਮੇਰੀਆਂ ਚਿੱਠੀਆਂ ਦਾ ਜਵਾਬ ਦੇਣਾ ਠੀਕ ਨਹੀਂ ਸਮਝਦੇ, ਮੈਂ ਬਾਰ-ਬਾਰ ਤੁਹਾਨੂੰ ਕਹਿ ਰਿਹਾ 1 ਅਗਸਤ ਨੂੰ ਵੀ ਆ, ਉਦੋਂ ਬਾਅਦ 15 ਅਗਸਤ ਦੀ ਵੀ ਕੋਈ ਚਿੱਠੀ ਸ਼ਾਇਦ ਹੈਗੀ, ਪਰ ਤੁਸੀਂ ਉਸ ਨੂੰ ਇਗਨੋਰ ਕਰ ਰਹੇ ਹੋ। ਤੇ ਜੇ ਤੁਸੀਂ ਇਸ ਤਰ੍ਹਾਂ ਹੀ ਕਰਨਾ ਤਾਂ ਫਿਰ ਮੈਂ ਇਸ ਗੱਲ ਦੀ ਡਿਊਟੀ ਬਾਉਂਡ ਹੋਊਂਗਾ ਕਿ ਆਪਣੇ ਸੰਵਿਧਾਨ ਦੇ ਮੁਤਾਬਕ ਜੋ ਵੀ ਮੇਰੇ ਪ੍ਰੋਵੀਜ਼ਨ ਆ, ਮੈਂ ਇਸ ਗੱਲ ਦੀ ਸ਼ਿਕਾਇਤ ਰਾਸ਼ਟਰਪਤੀ ਕੋਲ ਲਾਵਾਂ, ਔਰ IPC ਦੀ ਜਿਹੜੀ ਧਾਰਾ 124 ਆ ਉਹਦੇ ਤਹਿਤ ਐਕਸ਼ਨ ਲੈਣ ਲਈ ਵੀ ਮੈਂ ਆਪਣਾ ਮਜਬੂਰ ਹੋਊਂਗਾ। ਇਸ ਗੱਲ ਦਾ ਉਹ ਐਕਸ਼ਨ ਲੈਣਾ, ਉਹ ਕ੍ਰਿਮੀਨਲ ਪ੍ਰੋਸੀਜਰ ਜਿਹੜਾ ਤੁਸੀਂ ਜ਼ਿਆਦਾ ਕਾਨੂੰਨ ਦੇ ਮਾਹਿਰ ਹੋ, ਉਹ ਜਾਣਦੇ ਆ ਕਿ ਉਹਦੇ ਵਿੱਚ ਕੀ ਹੋਊਗਾ। ਜਿਹੜਾ ਸੋਸ਼ਲ ਮੀਡੀਆ ਜਾਂ ਇੱਕ ਸੈਕਸ਼ਨ ਰੈਗੂਲਰ ਮੀਡੀਆ ਦਾ ਵੀ ਮੈਂ ਸੁਣ ਰਿਹਾ ਸੀਗਾ, ਉਹਨਾਂ ਨੇ ਗੁਰਦੀਪ ਇਸ ਗੱਲ ਦਾ ਮਤਲਬ ਇਹ ਕੱਢਿਆ ਕਿ ਪੰਜਾਬ ਦੇ ਵਿੱਚ ਹੁਣ ਕਿਸੇ ਵੇਲੇ ਵੀ ਰਾਸ਼ਟਰਪਤੀ ਰਾਜ ਲਾਗੂ ਕਰਨ ਦਾ ਮਾਹੌਲ ਬਣ ਸਕਦਾ। ਇਹ ਬੜੀ ਅਫਸੋਸ ਵਾਲੀ ਗੱਲ ਹੋਊਗੀ ਜੇ ਇਸ ਤਰੀਕੇ ਨਾਲ ਕੋਈ 42% ਵੋਟਾਂ ਲੈਣ ਵਾਲੀ ਪਾਰਟੀ ਔਰ ਜਿਹਦੇ 92 MLA ਸਾਹਿਬਾਨ ਇੱਥੇ ਹੁਣ ਅਸੈਂਬਲੀ ਦੇ ਅੰਦਰ, ਜਾਣੀ ਏਡੀ ਵੱਡੀ ਮੈਜੋਰਟੀ ਤੇ ਮੇਰੇ ਖਿਆਲ ਪਿੱਛੇ ਕਿਸੇ ਵੀ ਸਿੰਗਲ ਪਾਰਟੀ ਦੀ ਨੇੜੇ ਤੇੜੇ ਤੁਹਾਨੂੰ ਦਿਖਦੀ ਨਹੀਂ ਸਿੰਗਲ ਪਾਰਟੀ ਦੀ ਇੰਨੀ ਵੱਡੀ ਮੈਜੋਰਟੀ ਆਈ ਹੋਵੇ ਔਰ ਇੰਨੀਆਂ ਵੋਟਾਂ ਆਈਆਂ ਹੋਣ। ਪਰ ਨਾਲੋਂ ਨਾਲ ਜਿੰਨੀ ਤੇਜ਼ੀ ਨਾਲ ਉਛਾਲਾ ਆਇਆ ਆ ਆਮ ਆਦਮੀ ਪਾਰਟੀ ਦੇ ਹੱਕ ਵਿੱਚ, ਉਨੀ ਤੇਜ਼ੀ ਦੇ ਨਾਲ ਹੀ ਲੋਕਾਂ ਦੀਆਂ, ਕਿਉਂਕਿ ਉਮੀਦਾਂ ਵੀ ਉਨੀਆਂ ਹੀ ਸੀਗੀਆਂ, ਉਨੀ ਤੇਜ਼ੀ ਨਾਲ ਉਹ ਪਾਪੂਲੈਰਿਟੀ 'ਚ ਗਿਰਾਵਟ ਵੀ ਹੋ ਰਹੀ ਹੈ। ਇਹਨਾਂ ਨੂੰ ਇਸ ਗਿਰਾਵਟ ਨੂੰ ਕਿਵੇਂ ਰੋਕਣਾ, ਇਹ ਤੇ ਆਮ ਆਦਮੀ ਪਾਰਟੀ ਨੂੰ ਤੇ ਉਹਨਾਂ ਦੀ ਸਰਕਾਰ ਨੂੰ ਸੋਚਣਾ ਬਣਦਾ, ਕਿਉਂਕਿ ਖਾਸ ਕਰਕੇ 2024 ਦੀਆਂ ਚੋਣਾਂ ਸਿਰ 'ਤੇ ਆਈਆਂ। ਪਰ ਇਹਨਾਂ ਨੇ ਬਹੁਤ ਸਾਰੀ એનર્ਜੀ ਖਾਸ ਕਰਕੇ ਭਗਵੰਤ ਮਾਨ ਹੋਣਾ ਨੇ ਇਸ ਗੱਲ 'ਤੇ ਲਾਤੀ ਕਿ ਮੈਂ
ਕਿਸੇ ਨਾ ਕਿਸੇ ਤਰੀਕੇ ਦੇ ਨਾਲ ਗਵਰਨਰ ਸਾਹਿਬ ਨੂੰ ਚਿੱਤ ਕਰ ਦੇਣਾ, ਜਿਹੜੀ ਹੁੰਦੀ ਹੈ ਨਾ ਆਪਸ ਵਿੱਚ ਆਡਾ ਲਾ ਲੈਣਾ, ਜਿਹੜੀ ਤੂੰ ਮੈਂ ਦੀ ਗੱਲ ਛੇੜ ਲੈਣੀ, ਉਹਦੇ ਨਾਲ ਮਜ਼ਾ ਤੇ ਬਹੁਤ ਆਉਂਦਾ। ਗਵਰਨਰ ਸਾਹਿਬ ਨੇ ਵੀ ਆਉਂਦਾ, ਭਗਵੰਤ ਮਾਨ ਦੀ ਵੀ ਵੱਡੀ ਖਬਰ ਲੱਗਦੀ ਹੈ, ਲਓ ਜੀ ਅੱਜ ਗਵਰਨਰ ਨੂੰ ਆਹ ਕਹਿਤਾ, ਗਵਰਨਰ ਉੱਧਰੋਂ ਚਿੱਠੀ ਕੱਢ ਦਿੰਦੇ ਆ, ਉਹ ਮੀਡੀਆ 'ਚ ਵੀ ਚਲੇ ਜਾਂਦੇ ਆ, ਦੇਖੋ ਜੀ ਮੈਂ ਤੇ ਇੰਜ ਫਿਰ ਠੀਕ ਹੈ। ਜੋ ਮੇਰੇ ਕੋਲ ਵੀ ਬੜੀ ਮੋਟੀ ਫਾਈਲ ਹੋਈ ਜਾਂਦੀ ਆ, ਉਹ ਕਹਿੰਦੇ ਆ ਦੇਖੋ ਜੀ ਲਵ ਲੈਟਰਾਂ ਦਾ ਅਸੈਂਬਲੀ ਦੇ ਵਿੱਚ ਕਈ ਕਹਿ ਰਹੇ ਸੀਗੇ ਭਗਵੰਤ ਮਾਨ। ਇਹ ਕੁੱਲ ਮਿਲਾ ਕੇ ਹਾਲਾਤ ਪੰਜਾਬ ਦੇ ਲੋਕਾਂ ਦੇ ਹੱਕ ਵਿੱਚ ਨਹੀਂ ਹੈ, ਨਾ ਹੋਣ ਵਾਲੀ ਪਾਰਟੀ ਦੇ ਹੱਕ ਵਿੱਚ ਆ। ਇਹਦਾ ਕੋਈ ਹੱਲ ਕੱਢਣਾ ਚਾਹੀਦਾ। ਇੱਕ ਗੱਲ ਇਹਦੇ 'ਚੋਂ ਦੇਖਣ ਵਾਲੀ ਜਿਹੜੀ ਇੰਪੋਰਟੈਂਟ ਗੱਲ ਹੈ, ਕੀ ਸੱਚੀ ਮੁੱਚੀ ਰਾਸ਼ਟਰਪਤੀ ਰਾਜ ਗਵਰਨਰ ਰਿਕਮੈਂਡ ਕਰ ਸਕਦਾ? ਮੈਂ ਕਹੂੰਗਾ ਇਸ ਗੱਲ ਦਾ ਫੈਸਲਾ ਕਾਨੂੰਨ ਨੂੰ ਤੁਸੀਂ ਛੱਡ ਲਓ ਤੇ ਅਲੱਗ ਆ। ਜਦੋਂ ਧਾਰਾ 370 ਹਟਾਈ ਜਾ ਸਕਦੀ ਹੈ ਤੇ ਇੱਕ ਚੰਗੀ ਭਲੀ ਸਟੇਟ ਨੂੰ ਤੁਸੀਂ ਯੂਨੀਅਨ ਟੈਰੀਟਰੀ ਡਿਕਲੇਅਰ ਕਰ ਸਕਦੇ ਆ, ਤੇ ਇਹ ਤੇ ਗੱਲ ਭੁੱਲ ਜਾਓ ਕਿ ਕਾਨੂੰਨ ਨੂੰ ਕੌਣ ਕਿੰਨਾ ਕੁ ਵੇਖਦਾ। ਵੇਖਿਆ ਇਸ ਗੱਲ ਨੂੰ ਗੁਰਦੀਪ ਜਾਊਗਾ ਕਿ ਕੀ ਜੇ ਇੱਥੇ ਰਾਸ਼ਟਰਪਤੀ ਰਾਜ ਦੀ ਅਨਾਉਂਸਮੈਂਟ ਹੁੰਦੀ ਹੈ, ਉਹ ਸੱਚੀ ਮੁੱਚੀ ਜਿਹੜੀਆਂ ਦੁਬਾਰਾ ਵੋਟਾਂ 2024 'ਚ ਪੈਣੀਆਂ ਉਹਦੇ ਵਿੱਚ ਆਮ ਆਦਮੀ ਪਾਰਟੀ ਨੂੰ ਨੁਕਸਾਨ ਕਰੂਗੀ ਉਹ ਗੱਲ ਕਿ ਫਾਇਦਾ ਕਰੂਗੀ? ਇਸ ਗੱਲ ਦਾ ਨਾਪਤੋਲ ਸੈਂਟਰ ਦੇਖੂਗਾ। ਜੇ ਉਹਨਾਂ ਨੂੰ ਲੱਗਦਾ ਕਿ ਇਸ ਗੱਲ ਦਾ ਲਾਹਾ ਮਿਲੂਗਾ ਆਮ ਆਦਮੀ ਪਾਰਟੀ ਨੂੰ ਕਿ ਉਹਨਾਂ ਦੀ ਸਰਕਾਰ ਜ਼ਬਰਦਸਤੀ ਤੋੜਤੀ, ਇਸ ਕਰਕੇ ਲੋਕ ਵੱਡੀ ਗਿਣਤੀ 'ਚ ਸਗੋਂ ਗੁੱਸੇ 'ਚ ਹੋਰ ਵੋਟਾਂ ਪਾਉਣਗੇ, ਤੇ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਇੱਥੇ ਕੋਈ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ। ਨਾ ਹੀ ਅਸੀਂ ਖੁਦ ਨਿੱਜੀ ਤੌਰ ਤੇ ਸਮਝਦੇ ਹਾਂ ਕਿ ਚੁਣੀਆਂ ਹੋਈਆਂ ਸਰਕਾਰਾਂ ਨੂੰ ਇਹ ਆਪਸੀ ਕਿਹੜਬਾਜੀ ਦੇ ਖਾਤਰ ਕਿਸੇ ਸਰਕਾਰ ਨੂੰ ਐਡੇ ਵੱਡੇ, ਕਿਉਂਕਿ ਬੜਾ ਖਲਾਰਾ ਹੁੰਦਾ, ਬੜਾ ਖਰਚਾ ਹੁੰਦਾ, ਜੇ ਉਹ ਤੋੜ ਦਿੱਤਾ ਜਾਏ ਇਹ ਮਾੜੀ ਗੱਲ ਹੋਊ, ਮੰਦਭਾਗੀ ਗੱਲ ਹੋਊ। ਪਰ ਨਾਲ ਹੀ ਸਾਡੀ ਸਲਾਹ ਇਸ ਗੱਲ ਦੇ ਉੱਤੇ, ਮੁੱਦੇ ਦੇ ਉੱਤੇ ਪੰਜਾਬ ਸਰਕਾਰ ਨੂੰ ਤੇ ਖਾਸ ਕਰਕੇ ਉਹਨਾਂ ਦੇ ਜਿਹੜੇ ਹੈੱਡ ਹੈਗਾ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਨੂੰ ਹੈ ਕਿ ਉਹ ਇਹਨਾਂ ਪੰਗਿਆਂ 'ਚੋਂ ਬਾਹਰ ਆਉਣ ਔਰ ਉਹਨਾਂ ਨੂੰ ਇਸ ਗੱਲ ਨੂੰ ਸਾਰੀ ਜਿਹੜੀ ਟੈਂਪਰੇਚਰ ਚੜ੍ਹਿਆ ਰਹਿੰਦਾ, ਜਿਹੜਾ ਤਾਪਮਾਨ ਚੜ੍ਹਿਆ ਰਹਿੰਦਾ, ਉਹਨੂੰ ਕਿਸ ਤਰੀਕੇ ਨਾਲ ਥੱਲੇ ਲਿਆਉਣਾ ਔਰ ਕੰਮ ਚਲਾਊ ਕੋਈ ਨਾ ਕੋਈ ਹੱਲ ਕੱਢਿਆ ਜਾਏ। ਇਸ ਖਹਿਬਾਜ਼ੀ ਦੇ ਵਿੱਚ ਟਾਈਮ ਵੀ ਬਰਬਾਦ ਹੋਊਗਾ ਤੇ ਪੰਜਾਬ ਦੇ ਲੋਕਾਂ ਦੇ ਹਿੱਤ ਵੀ ਕੰਪਰੋਮਾਈਜ਼ ਹੋਣਗੇ। ਜੀ ਪਰ ਸਾਹਿਬ ਆਪਾਂ ਇਹਦੇ ਨਾਲ ਹੀ ਦੇਖੀਏ ਕਿ ਭਗਵੰਤ ਮਾਨ ਸਾਹਿਬ ਨੇ ਜਿਹੜੇ ਸਾਡੇ ਸੀਐਮ ਸਾਹਿਬ ਨੇ, ਇਹਨਾਂ ਨੇ ਜ਼ਿਆਦਾਤਰ ਇਹਨਾਂ ਦੀ ਆਪਣੀ ਜਿਹੜੀ ਨਿੱਜੀ ਹੈ, ਕਿਉਂਕਿ ਰਾਜਨੀਤੀ ਦੇ ਵਿੱਚ ਆਪਣੀ ਨਿੱਜੀ ਜ਼ਿਆਦਾਤਰ ਨਹੀਂ ਹੁੰਦਾ ਹੈ, ਜਿਹੜੀਆਂ ਜ਼ਿਆਦਾਤਰ ਲੋਕਾਂ ਦੇ ਭਲਾਈ ਲਈ ਗੱਲਾਂ ਨੇ ਉਹੀ ਹੁੰਦੀਆਂ ਨੇ। ਕਿਉਂਕਿ ਇਹ ਇੱਥੋਂ ਤੱਕ ਵੀ ਗਵਰਨਰ ਨਾਲ ਜਿਹੜੀ ਬਹਿਸ ਹੋਈ ਹੈ ਇੱਥੋਂ ਤੱਕ ਆਈ ਹੈ ਕਿਉਂਕਿ ਜ਼ਿਆਦਾਤਰ ਭਗਵੰਤ ਮਾਨ ਸਾਹਿਬ ਦੇ ਆਪਣੇ ਟਵਿੱਟਰ ਹੈਂਡਲ ਤੋਂ ਇਹੋ ਜਿਹੀਆਂ ਪੋਸਟਾਂ ਹੁੰਦੀਆਂ ਨੇ ਜਿਹੜੀ ਕਿ ਜ਼ਿਆਦਾਤਰ ਨਿੱਜੀ ਹੁੰਦੇ ਨੇ, ਲੋਕਾਂ ਦੇ ਨਿੱਜੀ ਮਾਮਲਿਆਂ ਨੂੰ ਛੇੜੀਆਂ ਜਾਂਦੀਆਂ ਨੇ। ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਸੁਖਬੀਰ ਬਾਦਲ ਦੀ ਜਿਹੜੀ ਫੋਟੋ ਸ਼ੇਅਰ ਕਰਕੇ ਉਹਨਾਂ ਨੂੰ ਛੇੜਿਆ ਸੀ, ਉਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੂੰ ਵੀ ਕੋਈ ਜਿਹੜੇ ਨਿੱਜੀ ਤੌਰ ਤੇ ਕੋਈ ਸ਼ਬਦ ਬੋਲੇ ਸੀ। ਇਸੇ ਤਰੀਕੇ ਨਾਲ ਗਵਰਨਰ ਨੂੰ ਵੀ ਜਿਹੜੀ ਇਹਨਾਂ ਦੀ ਸ਼ਬਦਾਵਲੀ ਆ, ਲਵ ਲੈਟਰ ਕਹਿਣਾ, ਜਾਂ ਫਿਰ ਤੁਸੀਂ ਕਰਨਾਟਕਾ ਤੋਂ ਆਏ ਹੋ ਜਾਂ ਫਿਰ ਕਿਸੇ ਨਾਗਾਲੈਂਡ ਤੋਂ ਆਏ ਹੋ, ਇੱਦਾਂ ਦੀਆਂ ਗੱਲਾਂ ਕਹਿਣਾ। ਪ੍ਰੋਫੈਸਰ ਸਾਹਿਬ ਇਸ ਦੇ ਇਲਾਵਾ ਗਵਰਨਰ ਸਾਹਿਬ ਨੇ ਹੋਰ ਜਿਹੜਾ ਅਹਿਮ ਮੁੱਦਾ ਜਿਹਦੇ ਕਰਕੇ ਉਹ ਜ਼ਿਆਦਾਤਰ ਆਪਣੇ ਦੌਰੇ ਤੇ ਜਾਏ ਰਹਿੰਦੇ ਨੇ, ਉਹ ਅਹਿਮ ਮੁੱਦਾ ਕੀ ਸੀ? ਦੇਖੋ ਗੁਰਦੀਪ, ਇਹ ਇੱਕ ਫਾਰਮਲ ਪੋਜੀਸ਼ਨ ਹੈ। ਜਿਹੜਾ ਚੀਫ ਮਿਨਿਸਟਰ ਆ ਇੱਕ ਬਹੁਤ ਵੱਡਾ ਅਹੁਦਾ ਆ, ਰੁਤਬਾ ਹੈ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ। ਇਹਨਾਂ ਦਾ ਅਜੇ ਸੁਭਾਅ ਜਿਹੜਾ ਮਜ਼ਾਕੀਆ ਪੁਰਾਣਾ ਸੁਭਾਅ ਆ, ਉਹ ਇੱਕ ਆਪਣੇ ਉਹਦਾ ਇੱਕ ਲਹਿਜਾ ਆ, ਉਹਦੀ ਇੱਕ ਉਹ ਕ੍ਰੀਏਟਿਵ ਪਾਰਟ ਹੈ। ਮੈਂ ਉਹਨੂੰ ਨਿੰਦਦਾ ਨਹੀਂ ਹੈਗਾ, ਪਰ ਉਹਦਾ ਇੱਕ ਕੰਟੈਸਟ ਹੈ। ਜਦੋਂ ਤੁਸੀਂ ਫਾਰਮਲ ਪੋਜੀਸ਼ਨ ਦੇ ਵਿੱਚ ਤੁਸੀਂ ਲੂਜ਼ ਟਾਕ, ਮਜ਼ਾਕੀਆ ਗੱਲਾਂ ਕਰਨੀਆਂ, ਐਵੇਂ ਹੁੱਜਾਂ ਆਰਾਂ ਮਾਰੀ ਜਾਣੀਆਂ, ਚੁੰਡੀਆਂ ਵੱਢੀ ਜਾਣੀਆਂ, ਉਹ ਠੀਕ ਨਹੀਂ ਲੱਗਦਾ। ਇਹ ਇਲਤਬਾਜੀ ਲੱਗਦੀ ਹੈ, ਬਚਪਨਾ ਲੱਗਦਾ। ਤੇ ਇਸ ਲਈ ਤੁਹਾਡੀਆਂ ਜਿਹੜੀਆਂ ਇਹ ਉਹਨਾਂ ਨੇ ਚਿੱਠੀਆਂ ਸਾਰੀਆਂ ਕੋਡ ਕੀਤੀਆਂ। ਹੁਣ ਇਹ ਚਿੱਠੀ ਸਰਕੂਲੇਟ ਹੋ ਰਹੀ ਹੈ, 3-4 ਪੇਜ ਦੀ ਚਿੱਠੀ ਵੱਡੀ ਉਹਨਾਂ ਨੇ ਕੱਢੀ ਹੈ, ਇਹ ਸ਼੍ਰੀਮਾਨ ਚੀਫ ਮਿਨਿਸਟਰ ਸਾਹਿਬ ਦੇ ਨਾਂ ਦੇ ਉੱਤੇ ਲਿਖ ਕੇ, ਤੇ ਉਹਦੇ 'ਚ ਉਹਨਾਂ ਨੇ ਇਸੇ ਗੱਲ ਦੀ ਧਮਕੀ ਹੋ ਗਈ, ਹੋਰ ਕੀ ਹੈ, ਧਮਕੀ ਦਿੱਤੀ ਹੈ ਕਿ ਜੇ ਤੁਸੀਂ ਸੂਤਰ ਨਾ ਹੋਏ, ਇਹੀ ਸਮਝਿਆ ਡਿਫਾਇੰਟ ਮੂਡ 'ਚ ਰਹੇ ਕਿ ਮੈਨੂੰ ਕੋਈ ਪਰਵਾਹ ਨਹੀਂ ਗਵਰਨਰ ਦੀ, ਤੇ ਮੈਂ ਦੱਸ ਦੂੰਗਾ ਕਿ ਗਵਰਨਰ ਦੀ ਸ਼ਕਤੀ ਕੀ ਹੁੰਦੀ ਹੈ ਤੇ ਗਵਰਨਰ ਦੀ ਪਰਵਾਹ ਕਿਵੇਂ ਕਰਨੀ ਪਊਗੀ। ਤੁਸੀਂ ਠੀਕ ਹੈ ਕਿਹਾ ਕਿ ਉਸ ਕੱਲਾ ਇਹਨਾਂ ਨਾਲ ਹੀ ਨਹੀਂ ਕਰਦੇ, ਕਿਸੇ ਦੇ ਨਾਲ ਵੀ ਇਹੋ ਜਿਹਾ। ਪਿੱਛੇ ਜੇ ਮਨਪ੍ਰੀਤ ਬਾਦਲ ਨਾਲ ਪੰਗਾ ਲਿਆ, ਉਹਨੇ ਵੀ ਕਹਿਤਾ ਆ ਜਾ ਤੇ ਤੈਨੂੰ ਫਿਰ ਦੇਖ ਲਾਂਗੇ, ਤੂੰ ਕਰ ਲਾ ਜੋ ਕਰਨਾ। ਫਿਰ ਸੁਖਪਾਲ ਸਿੰਘ ਖਹਿਰੇ ਦੇ ਨਾਲ ਉਹਨਾਂ ਦੇ ਕੋਈ ਕੇਸ ਕੂਸ ਬਣਾਉਣ ਦੀ ਗੱਲ ਹੋਈ, ਉਹਨਾਂ ਦੇ ਗਾਂ ਰਿਸ਼ਤੇਦਾਰਾਂ ਤੇ ਉਹਨਾਂ ਨੇ ਕਿਹਾ ਤੂੰ ਦੇਖ ਲਾ। ਅੱਜ ਵੀ ਉਹ ਕਹਿ ਰਹੇ, ਮੈਂ ਕਿਤੇ ਪੋਸਟ 'ਤੇ ਸੁਣ ਰਿਹਾ ਸੀਗਾ, ਕਿਸੇ ਜਰਨਲਿਸਟ ਨੂੰ ਇੰਟਰਵਿਊ ਦੇ ਰਹੇ ਸੀਗੇ ਸੁਖਪਾਲ ਸਿੰਘ ਖਹਿਰਾ, ਕਿ ਇਹਦੇ ਬਾਰੇ ਕਰ ਲਾ ਜੋ ਕਰਨਾ, ਬਣਾ ਲਓ ਜਿੰਨੇ ਕੇਸ ਬਣਾਉਣੇ ਆ, ਮੈਨੂੰ ਕੋਈ ਪਰਵਾਹ ਨਹੀਂ, ਮੈਂ ਦੇਖ ਲੂੰਗਾ। ਇੱਥੋਂ ਤੱਕ ਹੋ ਗਿਆ ਕਿ ਮੈਂ ਤੈਨੂੰ ਅੱਗੇ ਵਾਹਣਾ ਤੋਂ ਨਹੀਂ ਭਜਾਊਂਗਾ। ਉਹ ਵੀ ਨਿੱਜੀ ਹੋ ਜਾਂਦੇ ਆ, ਉਹ ਵੀ ਕੋਈ ਘੱਟ ਨਹੀਂ ਹੈਗੇ। ਪਰ ਸਵਾਲ ਇਹ ਹੈ ਕਿ ਚੀਫ ਮਿਨਿਸਟਰ ਜਿਹੜਾ, ਕਿਉਂਕਿ ਉਹ ਸਾਰਿਆਂ ਦਾ ਚੀਫ ਮਿਨਿਸਟਰ ਆ, ਵਿਰੋਧੀ ਲੀਡਰਾਂ ਦਾ ਵੀ ਚੀਫ ਮਿਨਿਸਟਰ ਆ, ਗਰੀਬ ਦਾ ਵੀ, ਅਮੀਰ ਦਾ ਵੀ, ਹਰ ਜਾਤ ਦਾ, ਹਰ ਧਰਮ ਦਾ ਬੰਦਾ, ਜੋ ਵੀ ਵੋਟਰ ਹੈਗਾ,
ਉਸ ਦਾ ਉਹ ਚੀਫ ਮਿਨਿਸਟਰ ਹੈ। ਇਹਨਾਂ ਨੂੰ ਥੋੜ੍ਹਾ ਸੰਜੀਦਾਪਣ ਦੇ ਵਿੱਚ ਆਉਣਾ ਪਊਗਾ ਅਤੇ ਆਪਣੇ ਜਿਹੜੇ ਵਚਨ ਵਿਲਾਸ ਆ ਪਬਲਿਕ 'ਚ ਜਿਹੜੇ ਰੱਖਦੇ ਆ, ਭਾਵੇਂ ਉਹ ਟਵਿੱਟਰ ਰਾਹੀਂ ਜਾਂ ਅੱਜ ਕੱਲ੍ਹ ਤਾਂ ਮੇਰਾ ਖਿਆਲ ਉਹਦਾ ਨਾਮ ਬਦਲ ਗਿਆ ਟਵਿੱਟਰ ਦਾ, ਨਹੀਂ ਟਵਿੱਟਰ ਵੀ ਹੈ ਜੀ, ਇੱਕ ਹੋਰ ਥ੍ਰੈਡ ਨਾਮ ਦਾ ਇੱਕ ਨਵਾਂ ਵੀ ਆਇਆ ਸੀ ਕੋਈ ਹੋਰ। ਹਾਂ ਕੋਈ ਐਕਸ ਜਿਹੜਾ ਆ, ਉਹ ਪਹਿਲਾਂ ਟਵੀਟ ਜਿਹੜੇ ਕਰਦੇ ਸੀਗੇ ਉਹਦਾ ਕੋਈ ਹੁਣ ਐਕਸ ਕਹਿਣ ਲੱਗ ਗਏ ਆ। ਖੈਰ ਚਲੋ ਉਹ ਤੇ ਉਹਨਾਂ ਦੀ ਆਪਣੀ ਆ, ਪਰ ਉਹੀ ਸੋਸ਼ਲ ਮੀਡੀਆ ਕਹਿ ਲਓ, ਭਾਵੇਂ ਸੋਸ਼ਲ ਮੀਡੀਆ ਤੇ ਆ ਤੇ ਭਾਵੇਂ ਪ੍ਰਿੰਟ ਮੀਡੀਆ ਦੇ ਵਿੱਚ ਬਹੁਤ ਨਾਪ ਤੋਲ ਕੇ ਸ਼ਬਦ ਕਹਿਣੇ ਚਾਹੀਦੇ ਆ, ਤੇ ਜਿਹੜੇ ਕੰਮ ਦੇ ਸ਼ਬਦ ਇਹ ਨਹੀਂ ਕਿ ਕੁਝ ਵੀ ਰੋਜ਼ ਬੋਲ ਦੋ ਮੂੰਹ 'ਚੋਂ, ਹਾਂ ਵੀ ਅਸੀਂ ਆਹ ਕਰ ਦਿਆਂਗੇ। ਕਿਸਾਨਾਂ ਦੇ ਮੁਆਵਜ਼ੇ ਬਾਰੇ ਕਿੰਨੀਆਂ ਵੱਡੀਆਂ ਗੱਲਾਂ, ਮੱਝਾਂ ਦਾ ਅਸੀਂ ਦੇ ਦਿਆਂਗੇ, ਇੰਨੇ ਪੈਸੇ ਦੇ ਦਿਆਂਗੇ, ਮੁਰਗੀਆਂ ਦੇ ਦਾਂਗੇ, ਮੁਰਗੀਆਂ ਦੇ ਅੰਡਿਆਂ ਦੇ ਜਿਹੜੇ ਟੁੱਟ ਗਏ ਹੱਡ ਦੇ ਵਿੱਚ ਉਹਦੇ ਵੀ ਇੱਕ ਮੁਆਵਜ਼ਾ ਦੇ ਦਿਆਂਗੇ। ਇਹ ਗੱਲਾਂ ਐਵੇਂ ਕਰੀ ਜਾਣੀਆਂ ਕੋਈ ਫਾਇਦਾ ਨਹੀਂ ਹੁੰਦਾ। ਹਰ ਗੱਲ ਨੂੰ ਸੋਚ ਸਮਝ ਕੇ ਇਹ ਗੱਲ ਕਰੋ। ਮਸ਼ਹੂਰੀਆਂ ਦੇ ਨਾਲ ਢਿੱਡ ਨਹੀਂ ਲੋਕਾਂ ਦਾ ਭਰਨਾ। ਤੁਹਾਡੀ ਜਿਹੜੀ ਉਹ ਠੀਕ ਹੈ, ਤੁਸੀਂ ਇੱਕ ਕੁਛ ਮਾਹੌਲ ਪੈਦਾ ਕਰ ਸਕਦੇ ਆ, ਪਰ ਜੇ ਕਹੋ ਕਿ ਮਾਹੌਲ ਦੇ ਨਾਲ ਤੁਹਾਡੀ ਲੋਕਾਂ ਦੇ ਪੇਟ ਦੀ ਅੱਗ ਵੀ ਮਿਟ ਜੂਗੀ, ਜਾਂ ਜਿਹੜੇ ਇੰਨੇ ਲੋਕ ਹੁਣ ਤਬਾਹੀ ਹੋਈ ਆ ਹੜ੍ਹਾਂ ਦੇ ਕਰਕੇ ਉਹਨਾਂ ਨੂੰ ਕੋਈ ਰਾਹਤ ਮਿਲ ਜੂਗੀ, ਉਹ ਨਹੀਂ ਮਿਲਣੀ ਹੈ। ਇਸ ਲਈ ਧਰਾਤਲ 'ਤੇ ਕੰਮ ਜ਼ਿਆਦਾ ਕਰੋ। ਅਤੇ ਜਿਹੜਾ ਤੁਸੀਂ ਇੱਕ ਵਾਰੀ ਗਾਣਾ ਆਪਣੀ ਐਡਵਰਟਾਈਜ਼ਮੈਂਟ ਦੇ ਵਿੱਚ ਗਵਾਇਆ ਸੀਗਾ, ਸਾਡਾ ਕੰਮ ਬੋਲਦਾ ਵੀ ਸਾਡਾ ਕੰਮ ਬੋਲਦਾ, ਉਸ ਨੀਤੀ 'ਤੇ ਚਲੋ, ਤੁਹਾਡਾ ਕੰਮ ਬੋਲੇ, ਨਾ ਕਿ ਤੁਹਾਨੂੰ ਬੋਲਣਾ ਪਵੇ ਆਪਣੇ ਕੰਮ ਦੀ ਜਗ੍ਹਾ। ਜੀ ਪ੍ਰੋਫੈਸਰ ਸਾਹਿਬ, ਗਵਰਨਰ ਨੇ ਆਪਣੀ ਚਿੱਠੀ ਦੇ ਵਿੱਚ ਇੱਕ ਅਹਿਮ ਮੁੱਦਾ ਇਹ ਵੀ ਲਿਖਿਆ ਕਿ ਪੰਜਾਬ ਦੇ ਵਿੱਚ ਦਿਨੋਂ ਦਿਨ ਨਸ਼ਿਆਂ ਦਾ ਜਿਹੜਾ ਉਹ ਹੜ੍ਹ ਦੁਬਾਰਾ ਆ ਰਿਹਾ, ਕਿਉਂਕਿ ਆਪਾਂ ਦੇਖਿਆ ਕਿ ਪਿਛਲੇ ਦਿਨੀ ਇੱਕ ਵੀਡੀਓ ਆਈ ਸੀ ਜਿਹਦੇ ਨਾਲ ਆਪਾਂ ਦੇਖਿਆ ਡਰੋਨ ਦੇ ਥਰੂ ਹੈਰੋਇਨ ਦੀ ਸਪਲਾਈ ਹੋ ਰਹੀ ਸੀ। ਇਸ ਤੋਂ ਇਲਾਵਾ ਦੇਖਿਆ ਸੀ ਕਿ ਦਰਿਆਵਾਂ ਦੇ ਜ਼ਰੀਏ ਵੀ ਨਸ਼ੇ ਆ ਰਹੇ ਨੇ। ਤੇ ਦੂਸਰੀ ਸਭ ਤੋਂ ਵੱਡੀ ਖਬਰ ਹੁਣ ਇਹ ਆ ਰਹੀ ਆ ਕਿ ਪੰਜਾਬ ਦੇ ਇੱਕ MLA ਨੇ ਰਾਏਕੋਟ ਦੇ, ਉਹਨਾਂ ਦੇ ਜਿਹੜਾ PA ਦੀ ਜਿਹੜੀ ਵਾਈਫ ਆ ਨੀਲਮ, ਉਹ ਵੀ ਉਹਦੇ ਵਿੱਚ ਇਨਵੋਲਵ ਆ। ਤੇ ਇਸੇ ਕਰਕੇ ਜਿਹੜਾ ਇਹ ਸਿਚੁਏਸ਼ਨ ਆ, ਹੋਰ ਇੱਕ ਪਾਸੇ ਤਾਂ ਮਾਲਵੇ ਦੇ ਵਿੱਚ ਦੇਖਿਆ ਕਿ ਲੋਕਾਂ ਨੇ ਖੁਦ ਆਪਣਾ ਇੱਕ ਝੰਡਾ ਗੱਡਿਆ ਹੋਇਆ ਕਿ ਨਸ਼ਿਆਂ ਦੇ ਖਿਲਾਫ ਖੁਦ ਲੜਾਈ ਲੜਨਗੇ। ਇੱਥੋਂ ਤੱਕ ਕਿ ਪੰਚਾਇਤਾਂ ਨੇ ਵੀ ਕੋਸ਼ਿਸ਼ ਕੀਤੀ ਹੈ ਕਿ ਉਹ ਨਸ਼ਿਆਂ ਦੇ ਖਿਲਾਫ ਲੜਨ, ਪਰ ਦੂਜੇ ਪਾਸੇ ਆਪਾਂ ਦੇਖੀਏ ਸਰਕਾਰ ਦੇ ਆਪਣੇ ਨੁਮਾਇੰਦੇ ਹੀ ਇਹਦੇ ਵਿੱਚ ਇਨਵੋਲਵ ਨੇ। ਪ੍ਰੋਫੈਸਰ ਸਾਹਿਬ, ਜਿਹੜੀ ਆਪਾਂ 6ਵਾਂ ਦਰਿਆ ਇੱਕ ਕਿਤਾਬ ਲਿਖੀ ਗਈ ਸੀ, ਉਹਦੇ ਵਿੱਚ 6ਵਾਂ ਦਰਿਆ ਦੇ ਵਿੱਚ ਇਹੀ ਕਿਹਾ ਗਿਆ ਸੀ ਕਿ ਜਿਹੜੇ ਨਸ਼ੇ ਨੇ 6ਵਾਂ ਦਰਿਆ। ਪ੍ਰੋਫੈਸਰ ਸਾਹਿਬ, ਹੁਣ ਇਹ ਜਿਹੜੀ ਕਿਤੇ ਆ ਸੱਚਾਈ ਕਿਤੇ ਨਾ ਕਿਤੇ, ਕਿਉਂਕਿ ਰਾਜਾ ਵੜਿੰਗ ਨੇ ਵੀ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ 5% ਜਿਹੜੀ ਨਸ਼ਿਆਂ ਦੀ ਆ ਜਿਹੜੀ ਆਮਦ ਆ ਉਹ ਪੰਜਾਬ ਦੇ ਵਿੱਚ ਹੋਰ ਜ਼ਿਆਦਾ ਹੋ ਗਈ ਹੈ। ਪ੍ਰੋਫੈਸਰ ਸਾਹਿਬ, ਇਹਦੇ ਪਿੱਛੇ ਕੀ ਕਾਰਨ ਹੈ? ਦੇਖੋ, ਇਹ ਤੇ ਸਾਰੀਆਂ ਵਿਰੋਧੀ ਪਾਰਟੀਆਂ ਤੇ ਰੋਜ਼ ਇਸ ਮੁੱਦੇ ਨੂੰ ਲੈ ਰਹੀਆਂ, ਲੋਕ ਵੀ ਲੈ ਰਹੇ ਆ। ਪਿੱਛੇ ਜੋ ਮਾਨਸਾ ਦੇ ਵਿੱਚ ਉਹ ਝੋਟੇ ਵਾਲਾ ਕਿੱਡਾ ਕੇਸ ਬਣਿਆ ਸੀਗਾ ਤਕੜਾ, ਤੇ ਉਹਦੇ ਬਾਅਦ ਲੋਕੀ ਆਪਣੇ ਆਪ ਪਿੰਡੋ ਪਿੰਡੀ ਠੀਕਰੀ ਪਹਿਰਾ ਦੇਣਾ, ਉਹ ਗੱਲ ਹੈ। ਉਸੇ ਗੱਲ ਨੂੰ ਉਭਾਰਿਆ ਹੈ ਆਪਣੀ ਇਸ ਚਿੱਠੀ ਦੇ ਵਿੱਚ ਗਵਰਨਰ ਸਾਹਿਬ ਨੇ ਕਿ ਤੁਸੀਂ ਉਹਦੇ ਲਈ ਕੀ ਕੀਤਾ, ਲਾਅ ਐਂਡ ਆਰਡਰ ਲਈ ਕੀ ਕੀਤਾ। ਮੈਂ ਤੁਹਾਨੂੰ ਉਹ ਅਲੱਗ-ਅਲੱਗ ਗੱਲਾਂ ਬਾਰੇ ਸਵਾਲ ਕਰਦੇ ਕਿ ਉਹ ਕਹਿੰਦੇ ਤੁਸੀਂ ਮੇਰੀ ਕਿਸੇ ਵੀ ਚਿੱਠੀ ਦਾ ਜਵਾਬ ਦੇਣਾ ਠੀਕ ਨਹੀਂ ਸਮਝਦੇ। ਇਹ ਮੇਰੇ ਅਹੁਦੇ ਦੀ ਤੇ ਮੇਰੇ ਇਸ ਕੰਮਕਾਜ ਦੀ ਜਿਹੜੀ ਸੰਵਿਧਾਨਕ ਮੇਰੀ ਜ਼ਿੰਮੇਵਾਰੀ ਆ, ਉਹਦੀ ਬੇਇੱਜ਼ਤੀ ਹੈਗੀ। ਉਹ ਇਸ ਗੱਲ ਨੂੰ ਇਸ ਤਰੀਕੇ ਨਾਲ ਲੈ ਰਹੇ ਆ। ਇਹ ਗੱਲ ਠੀਕ ਹੈ ਕਿ ਉਹ ਜਿਹੜਾ ਰਾਏਕੋਟ ਸਾਹਿਬ ਦੇ ਕੋਈ ਹਾਕਮ ਸਿੰਘ ਹੈਗੇ ਆ, ਉੱਥੋਂ ਦੇ MLA ਆ, ਉਹਨਾਂ ਦਾ ਜਿਹੜਾ PA ਆ, ਉਹਦੀ ਵਾਈਫ ਨੀਲਮ ਜਿਹੜਾ, ਉਹ ਪੜ੍ਹੀ ਲਿਖੀ ਨਹੀਂ ਹੈ। ਪਹਿਲਾਂ ਕਿਤੇ ਮਾੜਾ ਮੋਟਾ ਕੰਮ ਕਿਸੇ ਪ੍ਰਾਈਵੇਟ ਹਸਪਤਾਲ 'ਚ ਕਰਦੀ ਸੀ। ਤੁਸੀਂ ਹਾਲਾਤ ਦੇਖੋ ਕਿ ਸਾਡੇ ਪੰਜਾਬ ਦੀ ਬਣੀ ਕੀ ਹੈ, ਤੇ ਸਰਕਾਰ ਨਾਲ ਸੰਬੰਧਿਤ ਬੰਦਿਆਂ ਦੇ ਨਾਲ ਜੇ ਆਵੇ ਤਾਂ ਫਿਰ ਤੇ ਹੋਰ ਵੀ ਦੁਖਦਾਈ ਗੱਲ ਹੈ। ਫਿਰ ਲੋਕ ਕਿਹੜੇ ਜਗ੍ਹਾ ਤੇ ਜਾ ਕੇ, ਕਿਹੜੇ ਦਰਵਾਜ਼ੇ ਤੇ ਗੁਹਾਰ ਲਾਉਣਗੇ ਕਿ ਸਾਨੂੰ ਰਾਹਤ ਦਿੱਤੀ ਜਾਵੇ। ਉਹਦੇ 'ਚ ਇਹ ਇਸ਼ੂ ਹੈ ਕਿ ਕੋਈ ਧਾਰਮਿਕ ਸਥਾਨ ਹੈ ਰਾਏਕੋਟ ਦੇ ਨੇੜੇ, ਔਰ ਰਾਏਕੋਟ ਦਾ ਉਹ MLA ਹੈ ਆਮ ਆਦਮੀ ਪਾਰਟੀ ਦਾ, ਤੇ ਉਹ PA ਦੀ ਵਾਈਫ ਦਾ ਜਿਸ ਤਰ੍ਹਾਂ ਨਾਂ ਤੁਸੀਂ ਨੀਲਮ ਦੱਸਿਆ, ਉਹ ਪਹਿਲਾਂ ਕਿਤੇ ਕੰਮ-ਕੁਮ ਕਰਦੀ ਰਹੀ ਆ। ਉਹਨੂੰ ਕੋਈ ਪੜ੍ਹੀ ਲਿਖੀ ਨਹੀਂ, ਨਾ ਫਾਰਮੇਸੀ ਦੀ, ਨਾ ਸਾਇੰਸ ਦੀ, ਨਾ ਕਿਸੇ ਡਾਕਟਰੀ ਦੀ, ਨਾ ਕਿਸੇ ਕਿਸਮ ਦੀ ਨਰਸ ਦੀ, ਕੋਈ ਪੜ੍ਹਾਈ ਨਹੀਂ ਹੈ ਜੀ। ਚੋੜਾ ਛਾਪ ਜਿਹੜੇ ਡਾਕਟਰ ਹੁੰਦੇ ਉਸ ਕਿਸਮ ਦੇ। ਤੇ ਉੱਥੇ ਇੱਕ ਜਿਸ ਤਰ੍ਹਾਂ ਕਈ ਵਾਰੀ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਇਹੋ ਜਿਹਾ ਤੁਸੀਂ ਮੈਡੀਸਨਲ ਹੈਲਪ ਜਿਹੜੀ ਆ ਲੋਕਾਂ ਲਈ ਰਾਹਤ ਲਈ ਖੋਲ੍ਹ ਦਿੰਦੇ, ਪਰ ਉਹਦੇ ਤੇ ਟ੍ਰੇਨਡ ਡਾਕਟਰ ਹੋਣੇ ਚਾਹੀਦੇ। ਔਰ ਇਹ ਕਿਤੇ ਉਹ ਮਨਜ਼ੂਰਸ਼ੁਦਾ ਨਹੀਂ ਹੈ, ਤੇ ਉੱਥੇ ਆਪਣੀਆਂ ਦਵਾਈਆਂ ਦੇਣ ਦਾ ਇੱਕ ਜ਼ਰੀਆ ਬਣਾਇਆ ਹੋਇਆ। ਤੇ ਉਹ ਵੀਡੀਓ ਬੜੀ ਸਾਫ਼-ਸਾਫ਼ ਦਿਖਾ ਰਹੀ ਹੈ ਕਿ ਕਿਵੇਂ ਨਸ਼ਿਆਂ ਦੀਆਂ ਗੋਲੀਆਂ ਇੱਕ ਬੰਦਾ ਜਾਂਦਾ ਉਹਨੂੰ ਦਿੱਤੀਆਂ ਜਾਂਦੀਆਂ, ਤੇ ਉਹਨੇ ਵੀਡੀਓ ਸਾਰੀ ਜਗ੍ਹਾ ਸਰਕੂਲੇਟ ਕੀਤੀ ਹੈ। ਇਹ ਤਾਂ ਸੁਣਨ 'ਚ ਆਇਆ ਕਿ ਹਾਕਮ ਸਿੰਘ ਨੂੰ ਚੀਫ ਮਿਨਿਸਟਰ ਨੇ ਬੁਲਾਇਆ, ਪਰ ਉੱਥੇ ਬਾਅਦ ਵਿੱਚ ਕੀ ਐਕਸ਼ਨ ਹੋਇਆ ਕਿ ਨਹੀਂ, ਕਿਉਂ ਇਹ ਸਾਰਾ ਹੋਇਆ। ਔਰ ਉਹ ਔਰਤ ਦੇ ਉੱਤੇ ਤਾਂ ਬੜਾ ਸੀਰੀਅਸ ਕੇਸ ਬਣਦਾ ਆ ਕਿ ਤੁਸੀਂ ਗੋਲੀਆਂ ਦਵਾਈਆਂ ਕਿਸੇ ਨੂੰ ਦੇ ਹੀ ਨਹੀਂ ਸਕਦੇ ਜਦੋਂ ਤੁਸੀਂ ਉਸ ਗੱਲ ਲਈ ਕੁਆਲੀਫਾਈਡ ਨਹੀਂ ਹੈ, ਔਰ ਫਿਰ ਉਹ ਵੀ ਇੱਕ ਧਾਰਮਿਕ ਸਥਾਨ ਤੇ। ਹੁਣ ਕਿੱਥੇ ਰਾਹਤ ਤੁਸੀਂ
ਇਹਨਾਂ ਗੱਲਾਂ ਤੇ ਲਓਗੇ ਕਿ ਨਾ ਤੇ ਧਾਰਮਿਕ ਸਥਾਨ ਵਾਲਿਆਂ ਨੇ ਇਸ ਗੱਲ ਦੀ ਕੋਈ ਚਰਚਾ ਕੀਤੀ ਜਾਂ ਕੋਈ ਉਸ ਨੂੰ ਸਕਰੂਟਨਾਈਜ਼ ਕੀਤਾ। ਭਾਈ ਇਹ ਜਿਹੜਾ ਬੰਦਾ ਇੱਥੇ ਜਾਂ ਬੀਬੀ ਕੋਈ ਖਬਰ ਇੱਥੇ ਗੋਲੀਆਂ ਦੇ ਰਹੀ ਹੈ, ਲੋਕਾਂ ਨੂੰ ਦਵਾਈਆਂ ਦੇ ਰਹੀ ਹੈ, ਰਾਹਤ ਦੀ ਗੱਲ ਕਰ ਰਹੀ ਹੈ, ਵੀ ਉਹ ਆਪ ਕੁਆਲੀਫਾਈਡ ਇਸ ਗੱਲ ਹੀ ਹੈ ਕਿ ਨਹੀਂ ਹੈ? ਕਿਹੋ ਜਿਹਾ ਪੰਜਾਬ ਆ ਤੇ ਕਿਹੋ ਜਿਹੀਆਂ ਇਹ ਸਰਕਾਰਾਂ। ਮੈਨੂੰ ਤੇ ਲੱਗਦਾ ਵਿੱਚੇ ਪੁਲਿਸ ਵਿੱਚੇ ਇਹ ਸਾਡੇ ਜਿਹੜੇ ਅਹੁਦਿਆਂ ਤੇ ਬੈਠੇ ਹੋਏ ਰਾਜਨੀਤਿਕ ਲੋਕ ਆ, ਵਿੱਚੇ ਬਿਊਰੋਕ੍ਰੇਸੀ ਦਾ ਇੱਕ ਹਿੱਸਾ ਰਲ ਮਿਲ ਕੇ ਹੀ ਪੱਠਾ ਪੰਜਾਬ ਦਾ ਬਿਠਾ ਰਹੇ ਆ। ਨਹੀਂ ਤੇ ਇਹ ਕਿਵੇਂ ਹੋ ਸਕਦਾ ਕਿ ਸਾਰੀ ਜਗ੍ਹਾ ਹੀ ਇਸ ਗੱਲ ਨੂੰ ਅਣਦਿਖਾ ਕੀਤਾ ਜਾ ਸਕੇ? ਲੋਕਾਂ ਨੂੰ ਇਹ ਜਿਹੜੀ ਗੱਲ ਹੈ ਆਮ ਜਨਤਾ ਦੇ ਸਾਹਮਣੇ ਉਜਾਗਰ ਕਰਨੀ ਪਈ ਤੇ ਤਾਂ ਹਿਲਜੁਲ ਹੋਈ ਆ। ਕਿੰਨੀਆਂ ਗੱਲਾਂ, ਕਿੰਨੀਆਂ ਵੀਡੀਓ। ਚਲੋ ਸੋਸ਼ਲ ਮੀਡੀਆ ਦਾ ਇੰਨਾ ਕੁ ਫਾਇਦਾ ਹੋਇਆ ਕਿ ਉਹ ਥੋੜ੍ਹਾ ਜਿਹਾ ਆਪਣੇ ਤੌਰ ਤੇ ਵੀ ਵਿਜੀਲੈਂਟ ਹੋ ਗਏ ਆ। ਉਹ ਵਿਜੀਲੈਂਸ ਦਾ ਕੰਮ ਖੁਦ ਵੀ ਇਹ ਸਰਕਾਰੀ ਕੰਮਾਂ ਕਾਜਾਂ ਦੇ ਉੱਤੇ ਇਹੋ ਜਿਹੀਆਂ ਵੀਡੀਓ ਬਣਾ ਕੇ ਕਰਦੇ ਆ। ਉਹਦਾ ਅਸਰ ਹੁਣ ਕਿੰਨਾ ਕੁ ਹੁੰਦਾ ਆ, ਕਿੰਨਾ ਕੁ ਉਹ ਜਿਹੜੀ ਸਾਰੀ ਇਹ ਐਡੀ ਚਰਚਾ ਹੋਈ ਆ ਉਹਦੇ ਤੇ ਗਾਂ ਰੁਕਾਵਟ ਪੈਂਦੀ ਹੈ, ਜਾਂ ਬਾਕੀ ਇਹੋ ਜਿਹੇ ਝੋਲਾ ਸਾਫ ਜਿਹੜੇ ਡਾਕਟਰ ਬਣੇ ਹੋਏ ਆ, ਜਾਂ ਜਿਹੜੀਆਂ ਜਗ੍ਹਾ ਜਗ੍ਹਾ ਪਿੰਡਾਂ ਦੇ ਅੰਦਰ ਬਹੁਤ ਸਾਰੀਆਂ ਕੈਮਿਸਟਾਂ ਦੀਆਂ ਦੁਕਾਨਾਂ ਖੁੱਲ੍ਹ ਗਈਆਂ, ਉੱਥੇ ਕੀ ਵਿਕ ਰਿਹਾ? ਇਹਨੂੰ ਕੌਣ ਰੋਕੂਗਾ? ਇਹ ਤਾਂ ਸਰਕਾਰ ਦਾ ਕੰਮ ਆ, ਡਰੱਗ ਇੰਸਪੈਕਟਰਾਂ ਦਾ ਕੰਮ ਆ। ਉਹ ਵੀ ਤੇ ਉਹਨਾਂ ਦੀ ਨਿਗਾਹ 'ਚ ਵੀ ਤਾਂ ਹੋਣਾ ਚਾਹੀਦਾ ਨਾ। ਡਰੱਗ ਇੰਸਪੈਕਟਰ ਨੇ ਕਿਉਂ ਨਹੀਂ ਕਦੀ ਇਹੋ ਜਿਹਾ ਛਾਪਾ ਮਾਰਿਆ? ਉਹ ਤਾਂ ਪਬਲਿਕਲੀ ਜਦ ਉਹ ਦੇ ਰਹੀ ਹੈ ਸਾਰੀਆਂ ਦਵਾਈਆਂ। ਇਹ ਕਾਫੀ ਆਵਾ ਉੱਤੇ ਆ। ਜੇ ਇਸ ਨੂੰ ਸੂਤਰ ਕਰ ਦੇਣਗੇ ਤੇ ਆਮ ਆਦਮੀ ਪਾਰਟੀ ਦੀਆਂ ਕਲੀਨਿਕ ਚੱਲਣ ਜਾਂ ਨਾ ਚੱਲਣ, ਇਹ ਕੰਮ ਨੂੰ ਤੇ ਰੁਕਾਵਟ ਪਾਉਣ। ਕੁਛ ਨਾ ਕੁਛ ਤੇ ਲੋਕਾਂ ਨੂੰ ਨਸ਼ਿਆਂ ਤੋਂ, ਖਾਸ ਕਰਕੇ ਸਿੰਥੈਟਿਕ ਗੋਲੀਆਂ ਤੋਂ ਜਾਂ ਹੋਰ ਕਿਸ ਤਰ੍ਹਾਂ ਦੇ ਚਿੱਟੇ ਤੋਂ ਰਾਹਤ ਮਿਲੇ। ਜਿਹੜੀ ਤੁਸੀਂ ਦੂਜੀ ਗੱਲ ਕਹਿੰਦੇ ਆ ਕਿ ਪਾਕਿਸਤਾਨ ਵੱਲੋਂ ਜਾਂ ਉੱਧਰ ਅਫਗਾਨਿਸਤਾਨ ਵੱਲੋਂ ਵਾਇਆ ਪਾਕਿਸਤਾਨ ਕਿਵੇਂ ਨਸ਼ਾ ਅੱਗੇ ਤੋਂ ਵੱਡੀ ਪੱਧਰ ਤੇ ਆ ਗਿਆ। ਰੋਜ਼ ਖਬਰਾਂ ਆ ਰਹੀਆਂ। ਪਹਿਲਾਂ ਆਉਂਦਾ ਸੀਗਾ ਕੋਈ ਪਾਈਪ ਬਣਾ ਕੇ ਤੇ ਉਹਦੇ ਵਿੱਚ ਇੱਧਰ ਸੁੱਟ ਦਿੰਦੇ ਸੀ, ਫਿਰ ਉਹ ਕਈ ਤਰੀਕਿਆਂ ਨਾਲ ਸਮਗਲਿੰਗ ਹੋਰ ਹੁੰਦੀ ਸੀ। ਕਈ ਉੱਧਰ ਜਿਹੜੇ ਖੇਤੀ ਕਰਨ ਜਾਂਦੇ ਉਹਨਾਂ ਦੇ ਟਰੈਕਟਰਾਂ 'ਚ ਪਾ ਕੇ ਆ ਜਾਂਦੇ। ਤਰੀਕੇ ਬਹੁਤ ਹੁੰਦੇ ਆ। ਜਦੋਂ ਇੱਥੇ ਲੋੜ ਬਣੀ ਰਹੂ ਤੇ ਨਸ਼ਾ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਜਿਹੜੇ ਸਮਗਲਰ ਆ ਉਹ ਪਹੁੰਚਾ ਦੇਣਗੇ। ਫਿਰ ਪਿੱਛੇ ਜੇ ਡਰੋਨ ਦਾ ਸਾਲ 2 ਸਾਲਾਂ ਤੋਂ ਬਹੁਤ ਰੌਲਾ ਪਿਆ ਕਿ ਉਹ ਡਰੋਨ ਫਿਰ ਦੇਖਿਆ ਉਹ 1 ਕਿਲੋ ਲੈ ਆ, 2 ਕਿਲੋ ਲੈ ਆ। ਇਹ ਰੌਲਾ ਬਹੁਤ ਪਿਆ ਕੈਪਟਨ ਅਮਰਿੰਦਰ ਸਿੰਘ ਵੇਲੇ, ਹੁਣ ਵੀ ਉਹ ਪਿਆ ਰਿਹਾ। ਪਰ ਇੱਕ ਨਵਾਂ ਜਿਹੜਾ ਫਲੱਡ ਆ ਗਿਆ, ਉਹਦੇ ਨਾਲ ਪਾਣੀ ਤੇ ਵੱਡੇ ਪੱਧਰ ਤੇ ਰਾਵੀ ਥਾਣੀ ਇੱਧਰ ਨੂੰ ਆ ਹੀ ਰਿਹਾ। ਉਹਦੇ ਨਾਲ ਉਹਦੇ ਤੇ ਤੈਰ ਕੇ ਨਸ਼ਾ ਵੀ ਉਹਦੇ 'ਚ ਪਤਾ ਨਹੀਂ ਗਠੜੀਆਂ ਬੰਨ੍ਹ ਕੇ ਕਿਵੇਂ ਟਿਊਬ ਤੇ ਰੱਖਦੇ ਹੋਣਗੇ, ਕਿਵੇਂ ਹੋਣਗੇ। ਥੋੜਾ ਨਸ਼ਾ ਨਹੀਂ, ਪਿਛਲੇ ਪੌਣੇ 3 ਮਹੀਨਿਆਂ 'ਚ ਗੁਰਦੀਪ 2 ਕੁਇੰਟਲ ਥੋੜਾ ਨਹੀਂ ਹੁੰਦਾ। ਇੱਕ ਸਰਕਾਰ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ 1 ਕਿਲੋ ਨਸ਼ੇ ਨੂੰ ਕਹਿੰਦੇ ਆ ਕਿ ਐਸਟੀਮੇਟਡ ਹੈ ਕਿ 5 ਕਰੋੜ ਉਹਦੀ ਰੁਪਈਆ ਕੀਮਤ ਹੁੰਦੀ ਆ। ਤੁਸੀਂ ਦੇਖ ਲਓ ਕਿ 200 ਕਰੋੜ ਨੂੰ ਜੇ ਪੰਜਾਂ ਨਾਲ ਗੁਣਾ ਕਰੋਗੇ ਤੇ 10,000 ਕਿੰਨਾ ਬਣ ਗਿਆ? 5 ਕਰੋੜ ਨੂੰ 5 ਦੂਣੀ 10, 1000 ਕਰੋੜ ਦਾ 1000 ਕਰੋੜ ਰੁਪਏ ਦਾ ਨਸ਼ਾ ਪਿਛਲੇ ਪੌਣੇ 3 ਮਹੀਨਿਆਂ ਦੇ ਵਿੱਚ ਇੱਥੇ ਪਹੁੰਚਿਆ। ਇਹ ਉਹ ਵਾ ਜਿਹੜਾ ਤੁਹਾਨੂੰ ਫੜਿਆ ਗਿਆ। ਜਿਹੜਾ ਨਹੀਂ ਫੜਿਆ ਗਿਆ, ਜਿਹੜਾ ਚੱਲ ਗਿਆ, ਉਹ ਕਿੱਡਾ ਵੱਡਾ ਹੋਊਗਾ। ਕਿੱਧਰ ਦਾ ਗੁਜਰਾਤ, ਦਿੱਲੀ, ਕਿਹੜੇ ਵਾਇਆ ਇੱਥੇ ਪਹੁੰਚ ਰਿਹਾ। ਜੰਮੂ ਕਸ਼ਮੀਰ, ਪੰਜਾਬ ਇੱਕ ਹੱਬ ਬਣ ਗਈ ਆ ਨਸ਼ੇ ਦੇ ਕੰਜ਼ੰਪਸ਼ਨ ਦੀ, ਨਸ਼ੇ ਦੇ ਡਿਮਾਂਡ ਦੀ, ਔਰ ਇਹ ਸਪਲਾਈ ਸਾਰੇ ਪਾਸਿਓਂ ਹੋ ਰਹੀ ਹੈ। ਇਸ ਦਾ ਬਚਾਓ ਜੇ ਕੋਈ ਗਵਰਨਰ ਸਾਹਿਬ ਵੀ ਇਸ ਗੱਲ ਦਾ ਸਵਾਲ ਰੇਜ਼ ਕਰ ਰਹੇ ਆ ਤੇ ਉਹ ਬਿਲਕੁਲ ਟੂ ਦਾ ਪੁਆਇੰਟ ਵਾਜਬ ਹੈ। ਵਿਰੋਧੀ ਪਾਰਟੀਆਂ ਵੀ ਇਸ ਗੱਲ ਦੀਆਂ ਕਹਿ ਰਹੀਆਂ। ਅੱਜ ਤੁਸੀਂ ਜਿਹੜੀ ਗੱਲ ਛੇੜੀ ਹੈ ਨਾ, ਉਹ ਹੈ ਇੱਕ ਕੱਟ-ਪੱਟ ਕੀਤਾ ਆ ਵੱਡਾ। ਕਾਂਗਰਸ ਦੇ ਪ੍ਰਧਾਨ ਨੇ ਅਬੋਹਰ ਦੇ ਵਿੱਚ, ਮੈਂ ਖੁਦ ਉਹਨਾਂ ਦੀ ਸਪੀਚ ਸੁਣ ਰਿਹਾ ਸੀਗਾ, ਕੁਝ ਚੈਨਲਾਂ ਦੇ ਉੱਤੇ ਉਹਨਾਂ ਨੇ ਵਾਹਵਾ ਉਹਨੂੰ ਸਪੇਸ ਦਿੱਤੀ ਹੈ ਕਿ ਉਹ ਇਸੇ ਤਰੀਕੇ ਨਾਲ ਬੜੇ ਭਾਵਨਾਤਮਕ ਤਰੀਕੇ ਦੇ ਨਾਲ ਜਿਨ੍ਹਾਂ ਮਾਵਾਂ ਦੇ ਬੱਚੇ ਨਸ਼ੇ ਦੀ ਭੇਟ ਚੜ੍ਹ ਰਹੇ ਆ, ਉਹਨਾਂ ਨੂੰ ਕੋਟ ਕਰਕੇ ਕਿਹਾ ਕਿ ਭਾਈ ਨਸ਼ਾ ਅੱਗੇ ਨਾਲੋਂ ਪੰਜਾਬ ਦੇ ਅੰਦਰ 5 ਗੁਣਾ ਵੱਧ ਗਿਆ। 4 ਮਹੀਨਿਆਂ 'ਚ ਤੇ ਕੀ 4 ਦਿਨਾਂ 'ਚ ਜੇ ਚੀਫ ਮਿਨਿਸਟਰ ਚਾਹੇ ਤੇ ਨਸ਼ਾ ਰੋਕਿਆ ਜਾ ਸਕਦਾ। ਕਿਉਂ ਨਹੀਂ ਨਸ਼ਾ ਰੋਕ ਰਿਹਾ? ਉਹ ਬਹੁਤ ਧੜੱਲੇ ਨਾਲ ਇਹ ਗੱਲ ਕਰ ਰਹੇ ਸੀ। ਇਹ ਮੈਨੂੰ ਲੱਗਦਾ ਕਿ ਕਾਂਗਰਸ ਵੱਲੋਂ ਪੰਚਾਇਤਾਂ ਨੂੰ ਨਜਾਇਜ਼ ਤੌਰ ਤੇ ਤੋੜ ਦੇਣ ਤੋਂ ਬਾਅਦ ਇਹ ਦੂਸਰਾ ਪਿਉਂਤੜਾ, ਦੂਸਰਾ ਮੁੱਦਾ ਜਿਹੜਾ ਆਪਣਾ ਹੈ ਤੇ ਸਾਰਾ ਆਉਣ ਵਾਲੀਆਂ ਚੋਣਾਂ ਲਈ ਹੈ, ਜਿਹੜਾ ਖੜਾ ਕਰ ਰਹੀ ਹੈ ਆਮ ਆਦਮੀ ਪਾਰਟੀ ਦੇ ਵਿਰੁੱਧ ਕਾਂਗਰਸ। ਔਰ ਇਹਦਾ ਮੈਨੂੰ ਲੱਗਦਾ ਕਿ ਇੰਪੈਕਟ ਲੋਕਾਂ 'ਚ ਜ਼ਰੂਰ ਪਊਗਾ ਜੇ ਇਸ ਨੂੰ ਨਸ਼ੇ ਨੂੰ ਆਪਾਂ ਵੇਲੇ ਸਿਰ ਠੱਲ ਨਾ ਪਾ ਸਕੇ। ਇੱਕ ਇਸ਼ੂ ਇਸ ਵੇਲੇ ਸੱਚੀ ਮੁੱਚੀ ਜੇ ਸਭ ਤੋਂ ਵੱਡਾ ਇਸ਼ੂ ਹੈ ਤਾਂ ਉਹ ਇਹੀ ਹੈ। ਖੁਦ ਵੀ ਰਾਜਾ ਵੜਿੰਗ ਵੀ ਇਸ ਗੱਲ ਨੂੰ ਕਹਿ ਰਹੇ ਆ ਕਿ ਤੁਸੀਂ ਭੁੱਲ ਜਾਓ ਹਾਲ ਦੀ ਘੜੀ ਕਿ ਸਾਡੀ ਪੜ੍ਹਾਈ ਕਿਹੋ ਜਿਹੀ ਹੈ। ਤੁਸੀਂ ਭੁੱਲ ਜਾਓ ਕਿ ਸਾਡੇ ਹਸਪਤਾਲਾਂ ਦਾ ਹਾਲਾਤ ਕਿਹੋ ਜਿਹੇ ਆ। ਜਿਹੜੇ ਬੱਚੇ
ਏਡੇ ਵੱਡੇ ਪੱਧਰ ਤੇ ਪਰਿਵਾਰਾਂ ਦੇ ਪਰਿਵਾਰ ਤਬਾਹ ਹੋ ਰਹੇ ਆ, ਉਹਨੂੰ ਹਸਪਤਾਲਾਂ 'ਚ ਵੀ ਤੁਸੀਂ ਕਿੱਥੋਂ ਕਿੰਨੀ ਕਿਸ ਕਿਸਮ ਦੀ ਰਾਹਤ ਦਿਓਗੇ? ਪਹਿਲਾਂ ਉਹਨਾਂ ਨੂੰ ਬਚਾਈਏ, ਮਰਨ ਤੋਂ ਬਚਾਈਏ, ਔਰ ਉਸ ਜਾਲ ਦੇ ਵਿੱਚ ਮੱਕੜ ਜਾਲ ਜਿਹੜਾ ਨਸ਼ਿਆਂ ਦਾ ਫਸਣ ਤੇ ਕਿਵੇਂ ਬਚਾਉਣਾ, ਉਹਦੀ ਕੋਈ ਵਾਰ ਪੱਧਰ ਤੇ ਜੰਗੀ ਪੱਧਰ ਦੇ ਉੱਤੇ ਕੋਈ ਪਾਲਿਸੀ ਲੈ ਕੇ ਆਉਣੀ ਚਾਹੀਦੀ ਹੈ ਸਰਕਾਰ ਨੂੰ। ਇਸ ਗੱਲ ਦਾ ਉਹਨਾਂ ਨੇ ਗੁਹਾਰ ਲਾਈ ਹੈਗੀ। ਦੇਖਣ ਮੇਰਾ ਖਿਆਲ ਹੈ ਕਿ ਸਰਕਾਰ ਨੂੰ ਇਸ ਗੱਲ ਦੇ ਉੱਤੇ ਕਾਫੀ ਸੀਰੀਅਸਲੀ ਕੋਈ ਨਾ ਕੋਈ ਕਦਮ, ਹੁਣ ਗਵਰਨਰ ਨੇ ਵੀ ਕਹਿ ਦਿੱਤਾ, ਹੋਰ ਵੀ ਕਹਿ ਰਿਹਾ, ਤਾਂ ਇਸ ਗੱਲ ਨੂੰ ਕਦਮ ਉਠਾਉਣੇ ਪੈਣਗੇ। ਪਰ ਸਾਹਿਬ ਇਸ ਤੋਂ ਇਲਾਵਾ ਆਪਾਂ ਦੇਖੀਏ ਕਿ ਜਿਹੜੇ ਕੁਸ਼ਤੀ ਫੈਡਰੇਸ਼ਨ ਆਪਾਂ ਜਿਹੜੀ ਭਾਰਤ ਦੀ, ਉਹਨੂੰ ਜਿਹੜੀ ਵਰਲਡ ਕੁਸ਼ਤੀ ਫੈਡਰੇਸ਼ਨ ਆ ਉਹਨੇ ਉਹਨੂੰ ਜਿਹੜੀ ਮਾਨਤਾ ਉਹਦੀ ਰੱਦ ਕਰ ਦਿੱਤੀ ਗਈ ਆ ਉਹਦੀਆਂ, ਕਿਉਂਕਿ ਟਾਈਮ ਦੇ ਉੱਤੇ ਚੋਣਾਂ ਨਹੀਂ ਕਰਵਾਈਆਂ। ਚੋਣਾਂ ਇਸ ਲਈ ਨਹੀਂ ਕਰਵਾਈਆਂ ਗਈਆਂ ਕਿ ਇਸ ਤੋਂ ਪਹਿਲਾਂ ਜਿਹੜੇ ਇਹਦੇ ਪ੍ਰਧਾਨ ਸੀ ਬ੍ਰਿਜ ਭੂਸ਼ਣ ਸ਼ਰਨ ਸਿੰਘ, ਉਹਨਾਂ ਦੇ ਉੱਤੇ ਸੈਕਸ਼ੂਅਲ ਹਰਾਸਮੈਂਟ ਦੇ ਜਿਹੜੇ ਚਾਰਜਸ ਲੱਗੇ ਹੋਏ ਸੀ। ਜਿਹੜੇ ਸਾਡੇ ਭਲਵਾਨ ਔਰਤਾਂ ਨੇ ਉਹ ਧਰਨੇ ਤੇ ਬੈਠੀਆਂ ਸੀ, ਪਰ ਹੁਣ ਇਹਦੇ ਜਿਹੜੇ ਨਤੀਜੇ ਸਾਰਿਆਂ ਦੇ ਸਾਹਮਣੇ ਆਏ ਨੇ। ਦੁਨੀਆ ਦੇਖ ਰਹੀ ਆ ਕਿ ਜਿਹੜਾ ਉਹ ਆ ਜਿਹੜੀ ਕੁਸ਼ਤੀ ਫੈਡਰੇਸ਼ਨ ਆ ਉਹਦੀ ਮਾਨਤਾ ਰੱਦ ਕਰ ਦਿੱਤੀ ਆ। ਪਰ ਸਭ ਜਿਹੜੇ ਸਾਡੇ ਜਿਹੜੇ ਪਹਿਲਵਾਨ ਨੇ ਉਹ ਕਿੱਥੇ ਜਾਣਗੇ, ਉਹ ਕਿਵੇਂ ਕੰਪੀਟੀਸ਼ਨ ਲੜਨ? ਨਹੀਂ ਕੰਪੀਟੀਸ਼ਨ ਤੇ ਉਹ ਜਾਣਗੇ ਆ, ਸਗੋਂ ਪਟਿਆਲੇ ਦੇ ਵਿੱਚ ਉਹਨਾਂ ਦੀਆਂ ਜਿਹੜੇ ਵਰਲਡ ਜਿਹੜੇ ਜਾਣਾ ਉਹਨਾਂ ਨੇ ਗਲੋਬਲ ਮੁਕਾਬਲਾ ਦੁਨੀਆ ਦੇ ਵਿੱਚ ਕਰਨ ਜਾਣਾ, ਉਹਨਾਂ ਦੇ ਟਰਾਇਲ ਆ ਹੁਣੇ ਹੀ 26 27 28 ਮੇਰਾ ਖਿਆਲ 3 ਦਿਨ ਉਹਨਾਂ ਦੇ ਟਰਾਇਲ ਸ਼ੁਰੂ ਹੋ ਗਏ ਆ, ਤੇ ਉਹ ਜਿਹੜੇ ਉਹਨਾਂ 'ਚੋਂ ਜਿੱਤਣਗੇ ਉਹਨਾਂ ਨੂੰ ਉੱਥੇ ਪਹੁੰਚਾਇਆ ਜਾਊ। ਇਹਦਾ ਨੁਕਸਾਨ ਹੋਰ ਹੋਣਾ, ਇੱਕ ਤੇ ਵੈਸੇ ਤੋਏ ਹੋ ਗਈ ਸਾਰੀ ਵੀ ਇਹ ਕਿਉਂ ਤੋੜੀ ਗਈ, ਨਾਲ ਗੱਲ ਰਲਦੀ ਆ ਵੀ ਕਿਉਂ ਚੋਣਾਂ ਲੇਟ ਹੋਈਆਂ, ਕਿੱਦਾਂ ਹੋਈਆਂ, ਇਹ ਸਾਰੀ ਗੱਲ ਰਲ ਗਈ ਨਾ। ਜਿਵੇਂ ਤੁਸੀਂ ਵੀ ਰਲਾਈ ਆ ਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਉਹ ਜਿਹੜੀਆਂ ਬੇਕਰਤੂਤੀਆਂ ਸਾਰੀਆਂ ਗੱਲਾਂ ਸੀਗੀਆਂ, ਹਾਲਾਂਕਿ ਹੁਣ ਉਹ ਕਿੱਧਰ ਗਈਆਂ ਕਿੱਧਰ ਨਹੀਂ ਆਈਆਂ, ਉਹ ਉਸੇ ਤਰੀਕੇ ਨਾਲ ਉਹ ਇਨਡਾਇਰੈਕਟਲੀ ਆਪਣਾ ਕਿਸੇ ਨਾ ਕਿਸੇ ਤਰੀਕੇ ਨਾਲ ਇਹਦੇ 'ਤੇ ਕੰਟਰੋਲ ਬਰਕਰਾਰ ਰੱਖਣ ਲਈ ਕੋਸ਼ਿਸ਼ਾਂ ਦੇ ਵਿੱਚੋਂ ਹੀ ਇਹ ਸਾਰਾ ਕੁਝ ਲੇਟ ਹੋਇਆ, ਜੋ ਸਾਨੂੰ ਸਮਝ ਪੈਂਦੀ ਹੈ। ਇਹਦਾ ਨੁਕਸਾਨ ਦੇਸ਼ ਦੀ ਜਿਹੜੀ ਪ੍ਰੈਸਟੀਜ ਹੁੰਦੀ ਹੈ ਕਿਸੇ ਕਿਸਮ ਦੀ, ਉਹਦੇ 'ਤੇ ਇਸਨੂੰ ਬਹੁਤ ਨੁਕਸਾਨ ਹੋਇਆ। ਉਹ ਕਿਉਂ? ਹੁਣ ਉੱਥੇ ਝੰਡਾ ਨਹੀਂ ਦਿਖਾ ਲੈ ਕੇ ਜਾ ਸਕਣਗੇ, ਉੱਥੇ ਫਿਰ ਜੇ ਝੰਡਾ ਨਹੀਂ ਲਿਜਾਣਗੇ ਤੇ ਜਾਨ ਗਨਮਾਨ ਵੀ ਨਹੀਂ ਹੋਊਗਾ। ਇਹ ਜਿਹੜੇ ਪਲੇਅਰ ਉੱਥੇ ਜਾਣਗੇ ਉਹ ਇੰਡੀਵਿਜੂਅਲ ਹਸਤੀ ਦੇ ਵਿੱਚ ਦੇਸ਼ ਵਿੱਚੋਂ ਜਾਣਗੇ। ਤੁਹਾਨੂੰ ਪਤਾ ਇਸ ਤਰ੍ਹਾਂ ਦਾ ਰਸ਼ੀਆ ਦੇ ਵਿੱਚ ਵੀ ਰੋਕ ਲਾਈ ਸੀਗੀ, ਤੇ ਉਹਨਾਂ ਨੇ ਫਿਰ ਆਪਣੇ ਉਹਨਾਂ ਦੇ ਪਲੇਅਰ ਤੇ ਆਏ ਸੀਗੇ, ਪਰ ਉਹਨਾਂ ਦਾ ਵੀ ਇਹੋ ਹੀ ਹਾਲਾਤ ਕੀਤੀ ਹੋਈ ਸੀਗੀ, ਉਹ ਮੁਕਾਬਲੇ 'ਚ ਆ ਗਏ ਸੀ। ਉਹ ਇਸ ਤਰ੍ਹਾਂ ਫੈਡਰੇਸ਼ਨ ਸੋਚਦੀ ਹੈ ਕਿ ਆਪਾਂ ਪਲੇਅਰਾਂ ਨੂੰ ਨੁਕਸਾਨ ਨਹੀਂ ਪਹੁੰਚਾਉਣਾ, ਪਰ ਜਿਹੜੀ ਉੱਥੇ ਸਰਕਾਰਾਂ ਦੀ ਤੇ ਉਹਨਾਂ ਦੀ ਫੈਡਰੇਸ਼ਨ ਦੀ ਨਾਕਾਮੀ ਹੈਗੀ ਆ, ਨਲਾਇਕੀ ਹੈਗੀ ਆ, ਉਸ ਲਈ ਉਹਨਾਂ ਨੂੰ ਸਜ਼ਾ ਜ਼ਰੂਰ ਦੇਣੀ ਚਾਹੀਦੀ ਹੈ। ਇਸ ਗੱਲ ਦੀ ਸਜ਼ਾ ਪਲੇਅਰਾਂ ਨੂੰ ਨਹੀਂ ਮਿਲਣੀ ਚਾਹੀਦੀ। ਇਹ ਸਭ ਤੋਂ ਵੱਡੀ ਦੇਸ਼ ਭਗਤ, ਜਾਂ ਜਿਸ ਤਰੀਕੇ ਨਾਲ ਆਪਾਂ ਤਿਰੰਗਾ ਮੂਨ ਦੇ ਉੱਤੇ ਚਲਾ ਰਹੇ ਹਾਂ, ਉੱਥੇ ਤੱਕ ਦੀਆਂ ਗੱਲਾਂ ਕਰਦੇ ਹਾਂ, ਸਿਰ ਉੱਚਾ ਕਰਦੇ ਹਾਂ, ਮਾਣ ਮਹਿਸੂਸ ਕਰਦੇ ਹਾਂ, ਭਾਰਤ ਮਾਤਾ ਦੀ ਜੈ ਕਹਿੰਦੇ ਹਾਂ, ਪਰ ਜਦੋਂ ਸਾਰੀ ਦੁਨੀਆ ਦੇ ਝੰਡੇ, ਅਲੱਗ-ਅਲੱਗ ਟੀਮਾਂ ਦੇ ਝੰਡੇ ਉੱਥੇ ਹੋਣਗੇ ਪਰੇਡ ਦੇ ਵਿੱਚ ਵੀ, ਕਨਕਲੂਡਿੰਗ ਦੇ ਵਿੱਚ ਵੀ, ਤਾਂ ਸਾਡੇ ਦੇਸ਼ ਦਾ ਤਿਰੰਗਾ ਉੱਥੇ ਜਦੋਂ ਨਹੀਂ ਹੋਊਗਾ, ਕਿ ਕੀ ਸਾਡੀ ਸਰਕਾਰ ਅਜੇ ਵੀ ਇਸ ਗੱਲ ਨੂੰ ਸੀਰੀਅਸਲੀ ਲੈਂਦੀ ਹੈ ਜਾਂ ਨਹੀਂ ਲੈਂਦੀ? ਕੀ ਉਹਨਾਂ ਦੀਆਂ ਭਾਵਨਾਵਾਂ ਜਿਹੜੀਆਂ ਦੇਸ਼ ਭਗਤੀ ਦੀਆਂ ਭਾਵਨਾਵਾਂ, ਉਹਨਾਂ ਨੂੰ ਕੋਈ ਠੇਸ ਲੱਗੀ ਹੈ ਕਿ ਨਹੀਂ ਲੱਗੀ? ਸਾਨੂੰ ਤਾਂ ਜ਼ਰੂਰ ਲੱਗੀ ਹੈ ਜੀ। ਪ੍ਰੋਫੈਸਰ ਸਾਹਿਬ, ਇਸ ਦੇ ਨਾਲ ਹੀ ਆਪਾਂ ਦੇਖੀਏ ਕਿ ਆਪਾਂ ਇਸ ਤੋਂ ਪਹਿਲਾਂ ਦੇਖਿਆ ਸੀ ਕਿ ਪੰਜਾਬ ਦੇ ਵਿੱਚੋਂ ਕਿਸ ਤਰੀਕੇ ਨਾਲ ਬਾਹਰ ਦੀ ਮਾਈਗ੍ਰੇਸ਼ਨ ਹੋ ਰਹੀ ਆ। ਇਸ ਤੋਂ ਬਾਅਦ ਇੱਦਾਂ ਦੇ ਕੇਸ ਵੀ ਆਏ ਸੀ, ਲੋਕੀ ਆਪਣੇ ਮਾਮੇ ਭੂਆਂ ਦੀਆਂ ਕੁੜੀਆਂ ਦੇ ਨਾਲ, ਮੁੰਡਿਆਂ ਨਾਲ ਵਿਆਹ ਕਰਾ ਕੇ ਜਾਣ ਲੱਗ ਗਏ ਸੀ, ਕਈ ਸਕੇ ਰਿਸ਼ਤੇਦਾਰਾਂ ਦੇ ਨਾਲ ਬਹੁਤ ਜ਼ਿਆਦਾ, ਜਿਹੜਾ ਕਿ ਪਰ ਅੱਜ ਜਿਹੜਾ ਆਪਾਂ ਇੱਕ ਦੇਖਿਆ, ਇੱਕ ਖਬਰ ਦੇਖੀ ਆ, ਮੈਟਰੀਮੋਨੀਅਲ ਕਿਸੇ ਨੇ ਦਿੱਤਾ, ਇੱਕ ਨੌਜਵਾਨ ਕੁੜੀ 17-18 ਸਾਲ ਦੀ, ਉਹਦੇ ਵਿਆਹ ਵਾਸਤੇ ਮੈਟਰੀਮੋਨੀਅਲ ਆਇਆ ਕਿ ਜਿਹਦੇ ਵਿੱਚ ਉਹਨਾਂ ਨੇ ਇੱਕ ਤਰ੍ਹਾਂ ਦਾ ਪੈਕੇਜ ਹੈ ਕਿ ਉਹਦੀ ਐਜੂਕੇਸ਼ਨ ਨੂੰ ਫੰਡ ਕਰੋ, ਉਸ ਨਾਲ ਵਿਆਹ ਕਰਾ, ਐਜੂਕੇਸ਼ਨ ਨੂੰ ਫੰਡ ਕਰੋ, ਰਹਿਣ ਦਾ ਖਰਚਾ, ਮੈਰਿਜ ਰਜਿਸਟ੍ਰੇਸ਼ਨ। ਪਰ ਸਭ ਇਹਦੇ ਸਮਾਜਿਕ ਕਾਰਨ ਕੀ ਨੇ? ਨਹੀਂ ਦੇਖੋ, ਸਮਾਜਿਕ ਤੇ ਨਾਲੋਂ ਜ਼ਿਆਦਾ ਆਰਥਿਕ ਕਾਰਨ ਆ। ਆਰਥਿਕ ਕਾਰਨ ਤੇ ਬੜਾ ਸਾਫ਼ ਹੈ ਕਿ ਇੱਥੇ ਕੋਈ ਰਹਿਣਾ ਨਹੀਂ ਚਾਹੁੰਦਾ। ਰਹਿਣਾ ਇਸ ਕਰਕੇ ਨਹੀਂ ਚਾਹੁੰਦਾ ਕਿ ਜਿਹੜੇ ਵਧੀਆ ਤੋਂ ਵਧੀਆ ਅਦਾਰੇ ਵੀ ਆ, ਉਹਨਾਂ ਦਾ ਵੀ ਭੱਠਾ ਬੈਠ ਗਿਆ ਜੀ। ਮੈਂ ਪੰਜਾਬ ਯੂਨੀਵਰਸਿਟੀ ਦਾ, ਮੈਂ ਤੁਹਾਨੂੰ ਇੱਕੋ ਹੀ ਗੱਲ ਦੱਸ ਦਿੰਦਾ, ਸੋਸ਼ੀਓਲੋਜੀ ਡਿਪਾਰਟਮੈਂਟ ਜਿੱਥੇ ਮੈਂ ਪੜ੍ਹਾਉਂਦਾ ਰਿਹਾ, ਮੇਰੇ ਵੇਂਦਿਆਂ ਮੈਨੂੰ ਪਤਾ ਉੱਥੇ 17 ਪੋਸਟਾਂ ਸੀ, 15 ਕੁ ਟੀਚਰ ਐਟ ਏ ਟਾਈਮ ਹਰ ਵਕਤ ਹੁੰਦੇ ਸੀ, 15 ਟੀਚਰ ਜੀ। ਇਸ ਵੇਲੇ 4 ਆ ਜੀ, ਔਰ 4 ਵੀ ਪੂਰੀ ਤਰ੍ਹਾਂ ਜੋਸ਼ ਨਾਲ ਨਹੀਂ ਪੜ੍ਹਾ ਰਹੇ, ਕਿਉਂਕਿ ਉਹ ਵੀ ਡਿਸਕਰੇਜ ਹੋ ਕੇ ਬੈਠ ਜਾਂਦੇ ਆ ਜਦੋਂ ਕੰਮ ਕੋਈ ਹੋਣਾ ਹੀ ਨਹੀਂ। ਉਹਨਾਂ ਨੇ ਵੀ ਕਈਆਂ ਨੇ ਆਪਣਾ ਗਾਂਹ ਕੋਈ ਰਿਸਰਚ ਸਕਾਲਰ ਰੱਖ ਕੇ ਤੇ ਪੜ੍ਹਾਈ ਹੋ ਰਹੀ ਹੈ। ਇਹਦਾ ਮਤਲਬ ਕੰਪਲੀਟ ਹੀ ਭੱਠਾ ਬੈਠ ਜਾਂਦਾ। ਜੇ ਇਸ ਪ੍ਰੈਸਟੀਜੀਅਸ ਇੰਸਟੀਟਿਊਸ਼ਨ ਦੇ ਵਿੱਚ ਵੀ ਇਹ ਹਾਲਾਤ ਹੈ, ਤੇ ਜਿਹੜੇ ਬਾਕੀ ਅਦਾਰੇ ਹੋਏ
ਭਾਵੇਂ ਉਹ ਮੈਡੀਕਲ ਦੀ ਸਾਇੰਸ ਜਾਂ ਸਾਇੰਸ ਆ, ਇੰਜੀਨੀਅਰਿੰਗ ਆ, ਮੈਡੀਕਲ ਆ, ਜਦੋਂ ਬੱਚਿਆਂ ਦਾ ਉੱਥੇ ਇਹ ਹਾਲਤ ਹੋਊਗੀ, ਮੈਂ ਤੁਹਾਨੂੰ ਇੱਕ ਪ੍ਰੈਸਟੀਜੀਅਸ ਏਡੀ ਵੱਡੀ ਪੁਰਾਣੀ ਯੂਨੀਵਰਸਿਟੀ ਦੀ ਦੱਸ ਰਿਹਾ ਤੇ ਬਾਕੀ ਜਗ੍ਹਾ ਵੀ ਹਾਲ ਇਹ ਹੋਈ ਆ, ਕਿੰਨੇ ਕਾਲਜ ਖਾਲੀ ਭਾਂ ਹੋ ਗਏ ਆ। ਇੱਥੇ ਦੀ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਆ ਉਹ ਬੱਚੇ ਅਸਾਮ ਤੱਕ ਦੀ, ਵਿਦੇਸ਼ਾਂ ਤੋਂ, ਯੂਪੀ ਤੋਂ, ਕਿੱਧਰੋਂ ਲਿਆ ਕੇ, ਜੰਮੂ ਕਸ਼ਮੀਰ ਤੋਂ ਆ। ਮੈਂ ਇੱਕ ਯੂਨੀਵਰਸਿਟੀ 'ਚ ਜਾਣਦਾ 400 ਸਟੂਡੈਂਟ ਆਇਆ ਹੋਇਆ ਤੇ ਇਸ ਤਰੀਕੇ ਨਾਲ ਆਪਣਾ ਉਹ ਕਾਰੋਬਾਰ ਚਲਾ ਰਿਹਾ, ਪੜ੍ਹਾਈ ਦਾ ਨਹੀਂ ਉਹ ਕੋਈ ਜ਼ਿੰਮੇਵਾਰੀ ਹੈ, ਕਾਰੋਬਾਰ ਚਲਾ ਰਹੇ ਆ ਆਪਣਾ, ਉਹ ਮੇਨਟੇਨ ਕਰ ਰਹੇ ਸਮਹਾਓ, ਜਿਹੜੀ ਆਪਣੇ ਆਪ ਨੂੰ ਉਹ ਜਿਹੜਾ ਪ੍ਰੋਫਿਟ ਲੈਵਲ ਸੀਗਾ ਉਹਨਾਂ ਦਾ ਉਹਨੂੰ ਮੇਨਟੇਨ ਕਰ ਰਹੇ ਆ। ਇੱਥੇ ਦੇ ਜਿਹੜੇ ਬੱਚੇ ਆ ਉਹ ਤੁਸੀਂ ਆਪਣੀਆਂ ਯੂਨੀਵਰਸਿਟੀਆਂ ਕਾਲਜਾਂ 'ਚ ਜਾ ਕੇ ਜੇ ਪੰਜਾਬ ਦੇ 'ਚ ਦੇਖੋਗੇ ਤੇ ਤੁਹਾਨੂੰ ਆਪਣੇ ਬੱਚੇ ਪੰਜਾਬ ਦੇ ਨਹੀਂ ਨਜ਼ਰ ਆਉਣਗੇ। ਇਹਦੇ ਨਾਲੋਂ ਤਰਾਸਦੀ ਤੇ ਇਹਦੇ ਨਾਲੋਂ ਸ਼ਰਮ 'ਚ ਡੁੱਬ ਮਰਨ ਦੀ ਕੋਈ ਗੱਲ ਹੋਰ ਹੋਊਗੀ? ਆਪਾਂ ਏਡੀਆਂ ਟਾਰਾਂ ਲਾ ਰਹੇ ਹਾਂ ਕਿ ਅਸੀਂ ਆਹ ਗਰੰਟੀ ਦੇ ਦਾਂਗੇ, ਅਸੀਂ ਆਹ ਗਰੰਟੀ ਦੇ ਦਾਂਗੇ, ਅਸੀਂ ਪੰਜਾਬ ਨੂੰ ਪਤਾ ਨਹੀਂ ਚੰਨ ਵਾਂਗੂ ਚਮਕਾ ਦਿਆਂਗੇ ਜੀ। ਇਸ ਲਈ ਇਹ ਬੱਚੇ ਜਿਹੜੇ ਹਰ ਹਾਲਤ ਇੱਥੋਂ ਜਾਣਾ ਚਾਹੁੰਦੇ ਆ, ਉਹਨਾਂ ਨੂੰ ਲੱਗਾ ਕਿ ਇੱਕ ਆਹ ਤਰੀਕਾ ਕੱਢਦੇ ਆ। ਅੱਗੇ ਹੁੰਦਾ ਸੀਗਾ ਵੀ ਆਹ ਦਿਆਂਗੇ, ਡੌਰੀ ਦਿਆਂਗੇ, ਕਾਰ ਦਿਆਂਗੇ, ਘਰ ਦਿਆਂਗੇ, ਇਹ ਵੀ ਤੇ ਸੀਗਾ ਹੀ ਨਾ। ਉਹ ਸੀਗਾ ਕੁੜੀ ਵੱਲੋਂ, ਕੁੜੀ ਨੂੰ ਦੇਣਾ ਪੈਂਦਾ ਸੀ ਮੁੰਡੇ ਨੂੰ, ਮੁੰਡਾ ਮੰਨ ਲਓ ਉੱਥੇ ਦਾ ਤੇ ਉਹ ਹੁਣ ਇਸ ਤਰੀਕੇ ਦਾ। ਹੁਣ ਉਲਟਾ ਇਹ ਖਬਰ ਪੜ੍ਹ ਕੇ ਉਲਟਾ ਆ, ਕੁੜੀਆਂ ਪੜ੍ਹਦੀਆਂ, ਕੁੜੀਆਂ ਜ਼ਿਆਦਾ ਚੁਸਤ ਵੀ ਹੈਗੀਆਂ। ਕੁੜੀ ਕਹਿੰਦੀ ਹੈ ਕਿ ਮੈਂ ਆਪਣੇ ਆਈਜ਼ ਦੇ ਆ ਗ੍ਰੇਡ ਮੈਨੂੰ ਆ ਗਏ, ਉਹਦੇ ਤੇ ਵੀ ਮੈਰਿਜ ਦੀ ਹੋ ਜਾਂਦੀ ਹੈ। ਉਹ ਹੁਣ ਅੱਜ ਦੀ ਤੇ ਬਿਲਕੁਲ ਗੱਲੇ ਹੀ ਸਿਰੇ ਲਾਤੀ ਕਿ ਮੇਰਾ ਵੀਜ਼ਾ ਵੀ ਉੱਥੋਂ ਜਿਹੜਾ ਉੱਥੇ ਦਾ ਆ ਗਿਆ। ਕਾਹਦਾ ਵੀਜ਼ਾ? ਕਿ ਉੱਥੇ ਕਿਸੇ ਯੂਨੀਵਰਸਿਟੀ 'ਚ ਦਾਖਲਾ ਲੈਣ ਦਾ। ਤੂੰ ਤਾਂ ਹੀ ਮਿਲਿਆ ਕਿਉਂਕਿ ਤੁਹਾਡੇ ਨੰਬਰ ਇੱਥੋਂ ਸਾਰੇ ਠੀਕ ਹੋ ਗਏ। ਹੁਣ ਉਸ ਵੀਜ਼ੇ ਦੇ ਇਵਜ਼ ਦੇ ਵਿੱਚ ਕਹਿੰਦੇ ਸਾਨੂੰ ਦਿਓ 25 ਲੱਖ, ਕੁੜੀ ਦਾ ਉੱਥੇ ਖਰਚਾ ਕਰਨਾ, ਉੱਥੇ ਫੀਸਾਂ ਭਰਨੀਆਂ, ਉੱਥੇ ਰਹਿਣ ਦਾ ਖਰਚਾ, ਤੁਸੀਂ ਵਿਆਹ ਕਰਾਉਣ ਦਾ ਵੀ ਖਰਚਾ ਨਾਲ ਹੋਰ ਕਰੋ, ਪਲੱਸ ਉਹ ਲਾ ਲਓ, ਨਾਲ ਤੁਸੀਂ ਲਾ ਲਓ ਕਿ ਜਿਹੜੀ ਮੈਰਿਜ ਰਜਿਸਟ੍ਰੇਸ਼ਨ ਦਾ ਖਰਚਾ, ਫਿਰ ਤੁਸੀਂ ਹਵਾਈ ਜਹਾਜ਼ ਵਿੱਚ ਪੈਟਰੋਲ ਪਵਾਉਣ ਦਾ ਵੀ ਖਰਚਾ, ਇਹੋ ਜਿਹਾ ਕਈ ਕੁਛ ਜੋ ਵੀ ਹੈ ਗੱਲ ਸਾਰੀਆਂ ਦਾ ਕੁੱਲ ਮਿਲਾ ਕੇ ਇਹ ਹੈ ਕਿ ਵੱਡੀ ਲਿਸਟ। ਮੈਨੂੰ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਲੱਗਦੀ ਕਿ ਕਈ ਬੰਦੇ ਇਸ ਗੱਲ ਲਈ ਤਿਆਰ ਹੋ ਜਾਣਗੇ ਕਿ ਚੱਲ ਯਾਰ ਮੈਂ ਵੀ ਉਹਦੇ ਨਾਲ ਉੱਥੇ ਉਹ ਖੁਦ ਉਹ ਕੋਈ ਸਿਟੀਜ਼ਨ ਨਹੀਂ ਹੈ ਉੱਥੇ ਦੀ, ਉਹਨੇ ਉੱਥੇ ਜਾਣਾ ਸਿਰਫ ਕਿਉਂਕਿ ਕੈਨੇਡਾ ਦੇ ਵਿੱਚ ਖਾਸ ਕਰਕੇ ਇਹ ਆ ਕਿ ਉਹਨਾਂ ਨੂੰ ਪੀਆਰਸ਼ਿਪ ਮਿਲ ਜਾਂਦੀ ਹੈ, ਸੌਖੀ ਮਿਲ ਜਾਂਦੀ ਹੈ। ਤੇ ਕਈ ਵਿਚਾਰੇ ਸਾਡੇ ਪੈਸੇ ਵਾਲੇ ਹੈਗੇ ਆ, ਨਲਾਇਕ ਆ, ਉਹ ਆਈਲਸ ਦਾ ਟੈਸਟ ਹੀ ਨਹੀਂ ਕਲੀਅਰ ਕਰਦੇ ਜਾਂ ਉੱਥੇ ਕਿਸੇ ਯੂਨੀਵਰਸਿਟੀ 'ਚ ਦਾਖਲਾ ਨਹੀਂ ਮਿਲਦਾ, ਉਹ ਇੰਜ ਕਿਸੇ ਕੁੜੀ ਦੀ ਚੁੰਨੀ ਫੜ ਕੇ ਉੱਥੇ ਪਹੁੰਚਣ ਲਈ ਅਪੀਲ ਕੀਤੀ ਗਈ ਹੈ। ਇਹ ਪੰਜਾਬ ਦੇ ਅੱਜ ਦੀ ਇੱਕ ਨਵੀਂ ਪਿਕਚਰ ਵੇਖਣ ਨੂੰ ਮਿਲੀ ਹੈ ਮੈਨੂੰ। ਅੱਜ ਹੀ ਇੱਕ ਜਰਨਲਿਸਟ ਸਵੇਰੇ ਇੰਟਰਵਿਊ ਕਰਨ ਆਇਆ ਸੀਗਾ ਗੁਰਦੀਪ, ਉਹਨਾਂ ਨੇ ਮੈਨੂੰ ਦੱਸਿਆ ਵੀ ਇੱਕ ਬਹੁਤ ਸੁੰਦਰ ਸੋਹਣਾ ਹੋਣਹਾਰ ਮੁੰਡਾ ਇੱਥੇ ਕੰਮ ਕਰਦਾ ਸੀ ਐਜ਼ ਏ ਜਰਨਲਿਸਟ ਜੀ, ਤੇ ਕਹਿੰਦਾ ਮੈਂ ਉਹਨੂੰ ਅੱਜ ਮਿਲਿਆ ਤੇ ਮੰਨ ਲਓ ਮੈਂ 2 ਮਹੀਨੇ ਬਾਅਦ ਉਹਦੇ ਬਾਰੇ ਜਦੋਂ ਪੁੱਛਿਆ ਤੇ ਉਹ ਕਹਿੰਦੇ ਜੀ ਉਹ ਤੇ ਅਮਰੀਕਾ ਚਲਾ ਗਿਆ ਜੀ। ਕਹਿੰਦਾ ਮੈਂ ਕਿਹਾ ਵੀ ਉਹ ਯਾਰ ਮੇਰੇ ਨਾਲ ਯਾਰ ਹੁਣੇ ਬੈਠਾ ਗੱਲਾਂ ਕਰ ਰਿਹਾ ਸੀਗਾ 2 ਮਹੀਨੇ ਪਹਿਲਾਂ, ਤੇ ਤੁਸੀਂ ਕਹਿੰਦੇ ਅਮਰੀਕਾ ਚਲੇ ਗਿਆ। ਕਹਿੰਦੇ ਉਹਨੇ ਆਪਣਾ ਇੱਥੇ ਚੰਡੀਗੜ੍ਹ 'ਚ ਕੋਈ ਘਰ ਸੀ 40 ਲੱਖ ਰੁਪਏ ਦਾ ਵੇਚ ਕੇ ਉਹ ਡੋਂਕੀ ਰਸਤੇ ਮੈਕਸੀਕੋ ਵਾਲੇ ਉੱਥੇ ਪਹੁੰਚ ਗਿਆ ਜੀ। ਇਹ ਪੰਜਾਬ ਦਾ ਜਿਹੜਾ ਸਿਨੈਰੀਓ ਹੈਗਾ, ਜਿਹਦੇ ਕੋਲ ਵੀ ਪੈਸਾ ਜਾਂ ਕੁਛ ਵੇਚਣ ਲਈ, ਭਾਵੇਂ ਉਹ ਗਹਿਣੇ ਆ, ਜ਼ਮੀਨ ਆ, ਖੂਹ ਆ, ਦਰਖਤ ਆ, ਜੰਗਲ ਆ, ਜੋ ਵੀ ਵੇਚਣ ਲਈ ਕੋਈ ਚੀਜ਼ ਹੈਗੀ, ਉਹ ਕਹਿੰਦਾ ਮੈਂ ਉਸ ਨੂੰ ਛੱਡ ਕੇ ਭੱਜ ਜਾਣਾ, ਮੈਂ ਨਹੀਂ ਇੱਥੇ ਰਹਿਣਾ। ਇਸ ਜਿਹੜੀ ਵਬਾ ਫੈਲ ਗਈ ਆ, ਇਹਦਾ ਹੱਲ ਕਿਵੇਂ ਨਿਕਲਣਾ, ਕਦੋਂ ਨਿਕਲਣਾ, ਕਿਹਨੇ ਕੱਢਣਾ, ਇਹ ਆਪਸ ਵਿੱਚ ਕਾਫੀ ਉਲਝਿਆ ਹੋਇਆ ਮਾਮਲਾ। ਪਰ ਜੋ ਸਰਕਾਰਾਂ ਨੂੰ ਘੱਟੋ ਘੱਟ ਆਪਣੀ ਭੂਮਿਕਾ ਅਦਾ ਕਰਨਾ ਚਾਹੀਦੀ ਆ, ਉਹਨਾਂ ਨੂੰ ਜ਼ਰੂਰ ਇਸ ਗੱਲ ਦਾ ਧਿਆਨ ਦੇਣਾ ਚਾਹੀਦਾ ਕਿ ਅਸੀਂ ਸੱਚੀ ਮੁੱਚੀ ਪੰਜਾਬ ਨੂੰ ਵਸਦਾ ਰਸਦਾ ਜੇ ਦੇਖਣਾ ਤੇ ਹੱਸਦਾ ਤੇ ਨੱਚਦਾ ਪੰਜਾਬ ਜਿਹਦੀਆਂ ਕਲੇਮ ਕੀਤੇ ਜਾਂਦੇ ਆ, ਉਹ ਧਰਾਤਲ ਤੇ ਵੀ ਕੁਛ ਨਜ਼ਰ ਆਉਣਾ ਜ਼ਰੂਰੀ ਹੈ ਜੀ। ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ। ਇਹ ਸਨ ਅੱਜ ਦੇ ਮੁੱਦੇ, ਤੇ ਅਗਲੇ ਪ੍ਰੋਗਰਾਮ ਦੇ ਵਿੱਚ ਅਸੀਂ ਕੁਝ ਨਵੇਂ ਮੁੱਦੇ ਲੈ ਕੇ ਆਵਾਂਗੇ। ਉਦੋਂ ਤੱਕ ਬਣੇ ਰਹਿਣ ਲਈ ਧੰਨਵਾਦ। ਹਰ ਤਰ੍ਹਾਂ ਦੀ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਕਾਂਸ਼ੀ ਟੀਵੀ। ਹਰ ਅਪਡੇਟ ਦਾ ਸੰਕੇਤ ਮਿਲਦਾ ਰਹੇ, ਦਬਾਓ ਬੈਲ ਆਈਕਨ ਅਤੇ ਲਾਈਕ ਕਰੋ ਫੇਸਬੁੱਕ ਪੇਜ ਕਾਂਸ਼ੀ ਟੀਵੀ।